क्यों हालात नूं रोंदा है बंदिया, इत्थे रोंदे भी हस पैंदे ने। होवे किरपा वाहिगुरू दी जिस ते ਉਹ ਉਜੜੇ ਵੀ ਬਸ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸਰਬਜੀਤ ਸਿੰਘ ਟੱਕ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪਨਪਸੰਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਵਾਹ ਜੀ ਵਾਹ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਪਹਿਲਾਂ ਇੱਕ ਕਹਾਣੀ, ਉਸ ਤੋਂ ਬਾਅਦ ਤੁਹਾਨੂੰ ਰੂਬਰੂ ਕਰਾਵਾਂਗੇ ਅੱਜ ਦੇ ਜਿਹੜੇ ਸਾਡੇ ਗੈਸਟ ਨੇ। ਸੋ ਕਹਾਣੀ ਹੈ ਇਹ ਸੱਚੀ ਕਹਾਣੀ ਹੈ। ਵੈਂਕੂਵਰ ਸ਼ਹਿਰ ਵਿੱਚ 1977 ਦੀ ਗੱਲ ਹੈ। ਇੱਕ ਪਰਿਵਾਰ ਸੀ ਜਿਨ੍ਹਾਂ ਦੇ ਘਰ ਪੁੱਤਰ ਦੀ ਦਾਤ ਆਈ, ਲੇਕਿਨ ਜਦੋਂ ਜਿਹੜਾ ਬੱਚਾ ਸੀ ਉਹ 1.5 ਸਾਲ ਦਾ ਹੋ ਗਿਆ, ਪਰ ਉਸ ਬੱਚੇ ਵਿੱਚ ਕੋਈ ਹਰਕਤ ਨਹੀਂ ਸੀ, ਸਿਰਫ ਇੱਕ ਮਾਸ ਦਾ ਟੁਕੜਾ ਸੀ। ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦਾ ਕਿਉਂਕਿ ਕੁਝ ਪ੍ਰਾਈਵੇਸੀ ਵੀ ਹੁੰਦੀ ਹੈ, ਲੇਕਿਨ ਇਹ ਕਹਾਣੀ ਸੱਚੀ ਹੈ। ਸੋ ਜਿਹੜਾ ਉਹ ਬੱਚਾ 1.5 ਸਾਲ ਦਾ ਹੋ ਗਿਆ ਔਰ ਉਹਦੇ 'ਚ ਕੋਈ ਹਰਕਤ ਨਹੀਂ ਸੀ, ਇੱਕ ਤਰ੍ਹਾਂ ਦਾ ਬਸ ਇੱਕ ਮਾਸ ਦਾ ਟੁਕੜਾ ਹੀ ਸੀ। ਅਤੇ ਇੱਕ ਵਾਰ ਉੱਥੇ ਭਾਈ ਹਰਨਾਮ ਸਿੰਘ ਜੀ ਜਿਹੜੇ ਰਾਮਪੁਰ ਖੇੜੇ ਵਾਲੇ ਨੇ, ਉਹ ਵੈਂਕੂਵਰ ਗਏ। ਤਾਂ ਜਦੋਂ ਕਿਸੇ ਦੇ ਘਰ ਕੋਈ ਜਾਂਦੇ ਆ ਮਹਾਂਪੁਰਖ, ਉਸ ਵੇਲੇ ਜਿਹੜੇ ਕਿਉਂਕਿ ਦੁਖੀ ਸਾਰੇ ਸੰਸਾਰ ਹੀ ਹੈ, ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਕ ਮਹਾਂਪੁਰਖ ਆਏ ਨੇ ਉਸ ਦੰਪਤੀ ਨੂੰ, ਅਤੇ ਜਿਨ੍ਹਾਂ ਦੇ ਘਰ ਬੱਚਾ ਹੋਇਆ ਸੀ, ਅਤੇ ਉਹ ਕਹਿੰਦੇ ਵੀ ਅਸੀਂ ਵੀ ਜਾ ਕੇ ਉਹਨਾਂ ਨੂੰ ਦਰਸ਼ਨ ਕਰ ਲਈਏ, ਸ਼ਾਇਦ ਉਹਨਾਂ ਦੇ ਮੁਖ ਤੋਂ ਕੋਈ ਵਾਕ ਨਿਕਲਣ ਅਤੇ ਸਾਡੀ ਵੀ ਜਿਹੜੇ ਬੱਚੇ ਦੀ ਜ਼ਿੰਦਗੀ ਇਹ ਸੁਧਰ ਜਾਵੇ। ਉਹ ਉੱਥੇ ਜਾਂਦੇ ਆ ਉਹਨਾਂ ਦੇ ਘਰ, ਜਿਨ੍ਹਾਂ ਦੇ ਘਰ ਉਹ ਆਏ ਸੀਗੇ, ਅਤੇ ਆ ਕੇ ਉਸ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਇੱਦਾਂ ਕਰਕੇ ਅਸੀਂ ਉਹਨਾਂ ਨੂੰ ਮਹਾਂਪੁਰਖਾਂ ਨੂੰ ਮਿਲਣਾ, ਜੇ ਸਾਨੂੰ ਤੁਸੀਂ ਮਿਲਾ ਦਿਓ ਉਹਨਾਂ ਨਾਲ। ਅਤੇ ਜਿਨ੍ਹਾਂ ਦੇ ਘਰ ਉਹ ਗਏ ਸੀ, ਉਹ ਲੇਡੀ ਅੰਦਰ ਜਾ ਕੇ ਕਹਿਣ ਲੱਗੀ ਵੀ ਮਹਾਂਪੁਰਖੋ ਇੱਦਾਂ ਕਰਕੇ ਇੱਕ ਪਰਿਵਾਰ ਆਇਆ, ਉਹ ਤੁਹਾਨੂੰ ਮਿਲਣਾ ਚਾਹੁੰਦੇ ਬੱਚੇ ਨੂੰ, ਉਹਨਾਂ ਦੇ ਬੱਚੇ ਦੀ ਪ੍ਰੋਬਲਮ ਆ। ਤਾਂ ਜਿਹੜੇ ਮਹਾਂਪੁਰਖ ਸੀ ਉਹ ਕੁਛ ਵੀਰ ਰਸ 'ਚ ਆ ਗਏ ਅਤੇ ਆ ਕੇ ਉਹਨਾਂ ਨੇ ਕਿਹਾ ਵੀ ਮੈਂ ਕਿਹੜਾ ਇੱਥੇ ਬੱਚੇ ਠੀਕ ਕਰਨ ਆਇਆ, ਮੈਂ ਤਾਂ ਇੱਥੇ ਸਿਮਰਨ ਕਰਨ ਆਇਆ, ਅਤੇ ਮੈਂ ਸਿਮਰਨ ਕਰਨਾ ਕਿਉਂਕਿ ਇਕਾਂਤ ਚਾਹੀਦਾ ਮੈਨੂੰ। ਇਹੀ ਗੱਲ ਜਾ ਕੇ ਉਹਨੇ ਉਸ ਪਰਿਵਾਰ ਨੂੰ ਦੱਸੀ, ਪਰ ਉਸ ਪਰਿਵਾਰ 'ਚ ਇੰਨੀ ਸ਼ਰਧਾ ਸੀਗੀ ਕਿ ਉਹ ਉੱਥੋਂ ਗਏ ਨਹੀਂ। ਉਹ ਘਰ ਦੇ ਬਾਹਰ ਜਾ ਕੇ 14 ਘੰਟੇ ਤਕਰੀਬਨ ਉਹ ਘਰ ਦੇ ਬਾਹਰ ਬੈਠੇ ਰਹੇ, ਅਤੇ ਜਦੋਂ ਮਹਾਂਪੁਰਖਾਂ ਨੂੰ ਪਤਾ ਲੱਗਿਆ ਵੀ ਉਹ ਜਿਹੜਾ ਪਰਿਵਾਰ ਆਇਆ ਸੀ ਉਹ 14 ਘੰਟੇ ਹੋ ਗਏ ਬਾਹਰ ਬੈਠੇ ਹਲੇ ਵੀ, ਤਾਂ ਫਿਰ ਉਹਨਾਂ ਨੂੰ ਕਿਹਾ ਨਹੀਂ, ਉਹਨਾਂ ਨੂੰ ਅੰਦਰ ਬੁਲਾਓ। ਅਤੇ ਜਦੋਂ ਇਹ ਪਰਿਵਾਰ ਉੱਥੇ ਗਿਆ ਅਤੇ ਉਹਨਾਂ ਨੇ ਪੁੱਛਿਆ, ਹਾਂਜੀ ਮਹਾਂਪੁਰਖਾਂ ਨੇ ਪੁੱਛਿਆ ਵੀ ਦੱਸੋ ਕੀ ਪ੍ਰੋਬਲਮ ਹੈ ਤੁਹਾਨੂੰ। ਉਹਨੇ ਦੱਸਿਆ ਵੀ ਸਾਡੇ ਬੱਚਾ ਹੈ 1.5 ਸਾਲ ਦਾ ਹੋ ਗਿਆ, ਲੇਕਿਨ ਉਹਨੂੰ ਹਲੇ ਤੱਕ ਕੋਈ ਵੀ ਇਹਦੇ 'ਚ ਹਰਕਤ ਨਹੀਂ ਹੈ, ਇਹ ਇੱਦਾਂ ਹੀ ਪਿਆ ਹੈ। ਅਤੇ ਮਹਾਂਪੁਰਖਾਂ ਨੇ ਦੇਖਿਆ ਬੱਚੇ ਨੂੰ ਅਤੇ ਉਸ ਪਰਿਵਾਰ ਨੂੰ ਕਿਹਾ ਤੁਸੀਂ ਕੁਛ ਨਹੀਂ ਕਰਨਾ, ਇਸ ਬੱਚੇ ਨੂੰ ਆਪਣੀ ਗੋਦੀ 'ਚ ਲੈ ਕੇ ਹਮੇਸ਼ਾ ਘੱਟੋ ਘੱਟ ਅੱਧਾ ਘੰਟਾ ਤੁਸੀਂ ਮੂਲ ਮੰਤਰ ਦਾ ਜਾਪ ਕਰਿਆ ਕਰੋ। ਪਰਿਵਾਰ ਨੇ ਉਹਨਾਂ ਦੀ ਗੱਲ ਮੰਨੀ, ਚਲੇ ਗਏ ਘਰ, ਔਰ ਉਹ ਪਰਿਵਾਰ ਬੱਚੇ ਨੂੰ ਗੋਦੀ 'ਚ ਬਿਠਾ ਕੇ ਰੋਜ਼ ਅੱਧੇ ਘੰਟੇ ਉਹ ਮੂਲ ਮੰਤਰ ਦਾ ਪਾਠ ਕਰਦੇ ਰਹੇ। ਅਤੇ ਜਦੋਂ ਕੁਝ ਸਮਾਂ ਬੀਤ ਗਿਆ ਮੂਲ ਮੰਤਰ ਦਾ ਪਾਠ ਕਰਦੇ ਹੋਏ, ਤਾਂ ਬੱਚੇ ਦੀ ਜਿਹੜੀ ਇੱਕ ਬਾਂਹ ਸੀ ਉਹ ਹਿੱਲੀ, ਅਤੇ ਜਦੋਂ ਹਿੱਲੀ ਤਾਂ ਕਿਉਂਕਿ ਪਰਿਵਾਰ ਨੂੰ ਪਤਾ ਲੱਗਿਆ ਵੀ ਹਾਂ ਮੂਲ ਮੰਤਰ ਦੇ ਨਾਲ ਇਹਦੀ ਬੱਚੇ ਦੀ ਬਾਂਹ ਹਿੱਲੀ ਆ, ਉਹਨਾਂ ਨੇ ਅੱਧੇ ਘੰਟੇ ਦੀ ਜਗ੍ਹਾ 1 ਘੰਟੇ ਦਾ ਜਿਹੜਾ ਮੂਲ ਮੰਤਰ ਦਾ ਜਾਪ ਕੋ ਕਰਨ ਲੱਗ ਪਏ। ਬੱਚੇ 'ਚ ਹਰਕਤ ਹੋਰ ਹੋਈ, ਬੱਚਾ ਆਪ ਹਿੱਲਣ ਲੱਗ ਪਿਆ ਪੂਰਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ 1 ਘੰਟੇ ਸਿਰ ਨੂੰ 1.5 ਘੰਟੇ ਦਾ ਮੂਲ ਮੰਤਰ ਦਾ ਜਾਪ ਕਰਨ ਲੱਗ ਪਿਆ ਉਹ ਪਰਿਵਾਰ, ਔਰ ਬੱਚਾ ਉਸ ਤੋਂ ਬਾਅਦ ਆਪਣੇ ਆਪ ਹੱਥੋਂ ਆਪਣੇ ਬੋਤਲ ਫੜ ਕੇ ਦੁੱਧ ਦੀ ਆਪ ਪੀਣ ਲੱਗ ਪਿਆ। ਅਤੇ ਦੇਖੋ, ਔਰ ਮੈਂ ਇਹ ਗੱਲ ਸੱਚਾਈ ਹੈ ਕਿ 1977 ਵਿੱਚ ਜੰਮੇ ਉਸ ਬੱਚੇ ਨੇ 1999 'ਚ ਜਦੋਂ ਗ੍ਰੈਜੂਏਸ਼ਨ ਕੀਤੀ, ਪਾਸ ਕੀਤੀ ਔਰ ਫਸਟ ਕਲਾਸ ਵਿੱਚ ਕੀਤੀ, ਇਹ ਸਿਰਫ ਉਸ ਮੂਲ ਮੰਤਰ ਦਾ ਹੀ ਸੀ। ਕਿਉਂਕਿ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਅਸੀਂ ਤਾਂ ਬਥੇਰੀ ਪਾਠ ਕਰੀਦਾ, ਪੂਜਾ ਕਰਦੇ, ਪਰ ਸਾਡਾ ਕੁਛ ਨਹੀਂ ਸੁਣਨਾ, ਰੱਬ ਸੁਣਦਾ ਸਾਡੀ, ਲੇਕਿਨ ਇਹ ਸੱਚਾਈ ਨਹੀਂ ਹੈ। ਰੱਬ ਹਮੇਸ਼ਾ ਆਪਣੇ ਨਾਲ ਹੈ, ਹਮੇਸ਼ਾ ਇਹ ਸੱਚ ਸੁਣਦਾ ਹੈ। ਅਤੇ ਉਸ ਮੂਲ ਮੰਤਰ ਕਰਕੇ ਹੀ ਦੇਖੋ ਇੱਕ ਕਿੱਡਾ ਬੜਾ ਜਿਹੜਾ ਬੱਚਾ ਹਿੱਲ ਨਹੀਂ ਸਕਦਾ ਸੀਗਾ, ਉਹ ਬੱਚਾ ਉਹ ਪੜ੍ਹਿਆ, ਬੜਾ ਹੋ ਕੇ ਉਹਨੇ ਗ੍ਰੈਜੂਏਸ਼ਨ ਕੀਤੀ ਫਸਟ ਕਲਾਸ ਵਿੱਚ, ਔਰ ਆਪਣੀ ਜ਼ਿੰਦਗੀ ਉਹ ਜੀ ਰਿਹਾ ਹੈ। ਸੋ ਇਹ ਵਾਹਿਗੁਰੂ ਦੀ ਕਿਰਪਾ ਸਾਡੇ 'ਤੇ, ਉਹਨਾਂ ਨੇ ਇੱਕ ਐਸਾ ਸਾਨੂੰ ਮੰਤਰ ਦਿੱਤਾ ਹੈ ਜੋ ਸਾਰੇ ਮੰਤਰਾਂ ਤੋਂ ਉੱਚਾ ਹੈ ਔਰ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਇਹ ਕਹਾਣੀ ਸੱਚੀ ਹੈ। ਮੈਂ ਨਾਂ ਇਸ ਕਰਕੇ ਨਹੀਂ ਲਿਆ ਕਿਉਂਕਿ ਕੁਝ ਪ੍ਰਾਈਵੇਸੀ ਵੀ ਹੁੰਦੀ ਹੈ। ਸੋ ਇਹ ਸੀ ਅੱਜ ਦੀ ਜਿਹੜੀ ਕਹਾਣੀ ਸੀ, ਕਿਉਂਕਿ ਮੂਲ ਮੰਤਰ ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦੇ ਨੇ। ਅਤੇ ਦੋਸਤੋ, ਹੁਣ ਵੇਲਾ ਹੈ ਉਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਦਾ ਜਿਨ੍ਹਾਂ ਦਾ ਜਨਮ 16 ਅਪ੍ਰੈਲ 1959 ਵਿੱਚ ਸੋਧੀ ਨਗਰ ਡਿਸਟ੍ਰਿਕਟ ਫਿਰੋਜ਼ਪੁਰ ਵਿੱਚ ਹੋਇਆ। ਇਹ ਸ਼ਖਸ ਇੱਕ ਐਸੀ ਸ਼ਖਸੀਅਤ ਨੇ, ਜਿਸ ਤਰ੍ਹਾਂ ਆਪਾਂ ਕਹੀਏ ਪੰਜਾਬੀ ਨੂੰ ਜਾਂ ਪੰਜਾਬੀ ਵਿਰਸੇ ਨੂੰ ਇੱਕ ਹੀਰੇ ਦੀ ਤਰ੍ਹਾਂ ਹੈ ਜੋ ਇੱਕ ਕਿਸੇ ਰਾਜੇ ਦੇ ਤਾਜ ਵਿੱਚ ਜੜਿਆ ਹੁੰਦਾ ਹੈ। ਇਹਨਾਂ ਨੇ ਕਈ ਮੁਕਾਮ ਹਾਸਿਲ ਕੀਤੇ ਆਪਣੀ ਜ਼ਿੰਦਗੀ 'ਚ,
ਜੇ ਆਪਾਂ ਗੱਲ ਕਰੀਏ, ਇਹਨਾਂ ਨੇ MA ਇੰਗਲਿਸ਼ 'ਚ ਕੀਤੀ ਔਰ ਆਲ ਰਿਲੀਜੀਅਸ ਸਟੱਡੀਜ਼ ਕੀਤੀ, ਔਰ ਰਿਲੀਜਨ ਵਿੱਚ ਜਿਹੜੀ ਰਿਲੀਜੀਅਸ ਸਟੱਡੀ ਕੀਤੀ ਹੈ। ਇਹਨਾਂ ਨੇ PhD ਵੀ ਕੀਤੀ। ਭਾਈ ਸੰਤੋਖ ਸਿੰਘ ਜੀ ਜੋ ਜਿਹਦੇ ਰਚੇ ਸਿੱਖ ਸਾਹਿਤ ਆਲੋਚਨਾਤਮਕ ਅਧਿਐਨ 'ਤੇ ਇਹਨਾਂ ਨੇ PhD ਵੀ ਕੀਤੀ ਹੈ, ਅਤੇ ਨਾਲ ਹੀ ਇਹਨਾਂ ਨੂੰ ਕਈ ਅਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ, ਜਿਸ ਵਿੱਚੋਂ ਜੇ ਆਪਾਂ ਗੱਲ ਕਰੀਏ ਤਖਤ ਆਫ ਖਾਲਸਾ, SGPC, GGSC, ਇਸ ਸੰਸਥਾਵਾਂ ਨੇ ਜਿਹੜੀਆਂ ਆਪਣੇ ਸਿੱਖ ਧਰਮ ਦੀਆਂ ਨੇ, ਉਹਨਾਂ ਨੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਹੈ। ਪਹਿਲਾਂ ਇਹ ਪੇਸ਼ੇ ਤੋਂ ਜਿੱਦਾਂ ਆਪਾਂ ਕਹਿ ਲਈਏ ਇੱਕ ਕਲਾਸ 1 ਆਫਿਸਰ ਰਹੇ ਨੇ ਮਿਨਿਸਟਰੀ ਆਫ ਡਿਫੈਂਸ ਵਿੱਚ, ਆਰਮੀ ਵਿੱਚ। ਇਹਨਾਂ ਨੇ ਕਾਫੀ ਜਦੋ ਜਹਿਦ ਕੀਤੀ ਆਪਣੀ ਜ਼ਿੰਦਗੀ 'ਚ, ਔਰ ਇਸ ਵੇਲੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਇੱਕ ਉਸ ਹੀਰੇ ਦੀ ਤਰ੍ਹਾਂ ਹੈ ਸਾਡੇ ਪੰਜਾਬੀ ਔਰ ਪੰਜਾਬੀ ਸੱਭਿਆਚਾਰ ਨੂੰ, ਜੋ ਇੱਕ ਰਾਜੇ ਦੇ ਤਾਜ ਵਿੱਚ ਜੜੇ ਹੁੰਦੇ ਆ, ਉਸ ਹੀਰੇ ਦੇ ਮੁਤਾਬਿਕ ਇਹ ਸਾਡੇ ਇਸ ਵੇਲੇ ਪੰਜਾਬੀ ਅਤੇ ਪੰਜਾਬੀਅਤ ਦੇ ਸਿਰਤਾਜ ਨੇ। ਇਹਨਾਂ ਨੇ 2000 ਤੋਂ ਵੱਧ ਕਵਿਤਾਵਾਂ ਵੀ ਲਿਖੀਆਂ ਨੇ। ਕਈ ਕਿਤਾਬਾਂ ਇਹਨਾਂ ਨੇ ਐਡਿਟ ਵੀ ਕੀਤੀਆਂ, ਜਿਹੜੇ ਯੰਗ ਆਪਣੇ ਲੇਖਕ ਆਉਂਦੇ ਨੇ ਜਾਂ ਕਵੀ ਆਉਂਦੇ ਨੇ, ਉਹਨਾਂ ਦੀ ਕਿਤਾਬਾਂ ਨੂੰ ਐਡਿਟ ਵੀ ਕੀਤਾ ਹੈ। ਇਹਨਾਂ ਦੀ ਕਿਤਾਬ ਵਿਰਸੇ ਦੇ ਅੰਗ ਸੰਗ, ਲਹੂ ਭਿੱਜੇ ਇਤਿਹਾਸ ਦੇ ਪੰਨੇ, ਸਿਦਕ ਦੀ ਪੈਣਾ, ਜਿਹੜੀਆਂ ਬਹੁਤ ਹੀ ਮਸ਼ਹੂਰ ਹੋਈਆਂ ਕਿਤਾਬਾਂ ਨੇ। ਆਓ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਇਸ ਸ਼ਖਸੀਅਤ ਨਾਲ ਜੋ ਹਮੇਸ਼ਾ ਪੰਜਾਬੀ ਸਾਹਿਤ ਦੇ ਨਾਲ ਰਹੇ ਨੇ। ਗੁਰੂ ਸਾਹਿਬਾਨ ਦੀ ਇਹਨਾਂ ਨੇ ਗੱਲ ਕੀਤੀ ਹੈ, ਪੰਜਾਬੀਅਤ ਦੀ ਗੱਲ ਕਰਦੇ ਨੇ, ਔਰ ਇਹ ਧਾਰਮਿਕ ਕਵੀ ਦੇ ਨਾਂ ਦੇ ਨਾਲ ਵੀ ਜਾਣੇ ਜਾਂਦੇ ਨੇ। ਮੇਰੀ ਮੁਰਾਦ ਨੇ ਹਰੀ ਸਿੰਘ ਜਾਚਕ ਜੀ। ਹਰੀ ਸਿੰਘ ਜਾਚਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ 'ਚ। ਪਹਿਲਾਂ ਮੈਂ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਕਿ ਜਿਹੜੇ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਉਹ ਸਿੱਧੇ ਸਾਡੇ ਲਾਈਨ 'ਤੇ ਨਹੀਂ ਆ ਸਕਦੇ, ਉਹਨਾਂ ਦੀ ਵੌਇਸ ਸਾਡੇ ਨਾਲ ਹੈ, ਸਾਡੇ ਨਾਲ ਸਿੱਧੀ ਗੱਲ ਕਰ ਰਹੇ ਨੇ, ਪਰ ਉਹਨਾਂ ਦੀ ਤਸਵੀਰ ਜੋ ਤੁਸੀਂ ਉਹ ਦੇਖ ਰਹੇ ਹੋ ਸਾਡੇ ਸਕਰੀਨ ਦੇ ਉੱਪਰ ਵੀ। ਤੋ ਇਹ ਹਰੀ ਸਿੰਘ ਜਾਚਕ ਜੀ ਨੇ। ਸੋ ਜਾਚਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਿੱਚ। ਜੀ ਆਇਆਂ ਨੂੰ ਜੀ। ਤੁਸੀਂ ਵੀ ਸਰੋਤਿਆਂ ਨਾਲ ਆਪਣੀ ਫਤਿਹ ਸਾਂਝ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਵਾਹ ਜੀ ਵਾਹ ਪ੍ਰੋਗਰਾਮ ਤੇ ਤੁਸੀਂ ਸਰਬਜੀਤ ਸਿੰਘ ਜੀ ਅੱਜ ਮੇਰੇ ਨਾਲ ਮੈਨੂੰ ਮਾਣ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸਾਰੇ ਸਰੋਤਿਆਂ ਨੂੰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੀ ਸਿੰਘ ਜਾਚਕ ਜੀ, ਵੈਸੇ ਤਾਂ ਤੁਸੀਂ ਕਿਸੇ ਵੀ ਤਾਰੀਫ ਦੇ ਮੁਹਤਾਜ ਨਹੀਂ ਹੋ, ਪਰ ਅਸੀਂ ਸਾਡੇ ਸਰੋਤੇ ਜਾਣਨਾ ਚਾਹਣਗੇ, ਤੁਸੀਂ ਆਪਣੀ ਜ਼ੁਬਾਨੀ ਆਪਣੇ ਪਿਛੋਕੜ ਬਾਰੇ ਸਾਨੂੰ ਸਾਡੇ ਦਰਸ਼ਕਾਂ ਨਾਲ ਆਪਣੀ ਸਾਂਝ ਪਾਓ। ਸਰਬਜੀਤ ਸਿੰਘ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਹੀ ਹੈ, 16/4/1959 ਨੂੰ ਪਿੰਡ ਸੋਢੀ ਨਗਰ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮੇਰਾ ਜਨਮ ਹੋਇਆ। ਹਾਂਜੀ। ਪਿਤਾ ਸਰਦਾਰ ਮਹਿਤਾਬ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਮ ਕੌਰ ਜੀ ਦੀ ਕੁੱਖੋਂ, ਤੇ ਉਸ ਪਿੰਡ ਤੋਂ ਮੈਂ 10ਵੀਂ ਕੀਤੀ। ਉਸ ਤੋਂ ਬਾਅਦ ਫਿਰੋਜ਼ਪੁਰ RSD ਕਾਲਜ ਤੋਂ ਮੈਂ BA ਕੀਤੀ। ਉਪਰੰਤ CSD ਕਾਲਜ, ਗਵਰਨਮੈਂਟ ਕਾਲਜ ਲੁਧਿਆਣਾ ਤੋਂ MA ਇੰਗਲਿਸ਼। ਉਸ ਤੋਂ ਬਾਅਦ ਮੈਂ ਆਰਮੀ ਦੇ ਵਿੱਚ ਚਲੇ ਗਿਆ, ਤੇ ਨਾਲ ਦੀ ਨਾਲ ਜਦੋਂ ਮੇਰੀ ਜੋਸ਼ੀਮਠ ਸਰਵਿਸ ਸੀ, ਉੱਥੇ ਰਹਿ ਕੇ MA ਰਿਲੀਜੀਅਸ ਸਟੱਡੀ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਤੇ ਪਾਤਸ਼ਾਹ ਦੀ ਅਪਾਰ ਰਹਿਮਤ ਹੋਈ, ਕੋਰਸਪੋਂਡੈਂਸ ਕੋਰਸ ਕਰਦੇ ਕਰਦੇ ਹੀ ਮੈਂ ਯੂਨੀਵਰਸਿਟੀ ਚੋਂ ਪਹਿਲੇ ਨੰਬਰ ਤੇ ਆਇਆ, ਤੇ ਮੈਨੂੰ ਸਰਬਜੀਤ ਸਿੰਘ ਜੀ ਗੋਲਡ ਮੈਡਲ ਮਿਲਿਆ, ਤੇ ਗੁਰੂ ਪਾਤਸ਼ਾਹ ਦੀ ਰਹਿਮਤ ਹੋਈ। ਔਰ ਉੱਥੇ ਹੀ ਡਾਕਟਰ ਹਰਪਾਲ ਸਿੰਘ ਪੰਨੂ ਜਿਹੜੇ ਮੇਰੇ ਗਾਈਡ ਸਨ, ਉਹਨਾਂ ਨੇ ਕਿਹਾ ਕਿ ਤੁਸੀਂ PhD ਵੀ ਕਰ ਲਓ, ਤੇ ਉਹਨਾਂ ਨੇ ਉਹ ਵਿਸ਼ਾ ਦਿੱਤਾ ਭਾਈ ਸੰਤੋਖ ਸਿੰਘ ਜੀ ਦੇ ਰਚੇ ਹੋਏ ਸਿੱਖ ਸਾਹਿਤ ਦਾ ਆਲੋਚਨਾਤਮਕ ਅਧਿਐਨ। ਇਹ ਫਿਰ ਮੈਂ 4 ਸਾਲ ਰਹਿ ਕੇ ਇਨ ਸਰਵਿਸ ਜਿਹੜਾ ਉਹ PhD ਵੀ ਕੀਤੀ, ਤੇ ਨਾਲ ਦੀ ਨਾਲ ਜਿਹੜਾ ਇਹ ਕਵਿਤਾਵਾਂ ਦੀਆਂ ਰਚਨਾਵਾਂ ਹੁੰਦੀਆਂ ਰਹੀਆਂ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ 2000 ਦੇ ਕਰੀਬ ਕਵਿਤਾਵਾਂ ਹੁਣ ਤੱਕ ਮੇਰੀਆਂ ਨੇ, ਔਰ ਸਾਰੀਆਂ ਸੋਸ਼ਲ ਮੀਡੀਆ ਤੇ ਨੇ, WhatsApp ਤੇ, Facebook ਤੇ, YouTube ਤੇ ਤੁਸੀਂ ਮੈਨੂੰ ਦੇਖ ਸਕਦੇ ਹੋ, ਵੈਬਸਾਈਟ ਤੇ ਦੇਖ ਸਕਦੇ ਹੋ। ਇਹ ਸਾਰੇ ਜਿੰਨੇ ਸੋਸ਼ਲ ਮੀਡੀਆ ਦੇ ਚੈਨਲਸ ਨੇ, ਇਹਨਾਂ ਤੇ ਮੇਰੀਆਂ ਕਵਿਤਾਵਾਂ ਆਪ ਜੀ ਦੇ ਨਾਲ ਸਾਂਝ ਕਰ ਰਹੀਆਂ। ਹਰੀ ਸਿੰਘ ਜਾਚਕ ਜੀ, ਜਿਸ ਤਰ੍ਹਾਂ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਹਮੇਸ਼ਾ ਗੁਰੂ ਸਾਹਿਬਾਨ ਦੀਆਂ ਗੱਲਾਂ ਕਰਦੇ ਹੋ ਔਰ ਕਵਿਤਾਵਾਂ ਲਿਖਦੇ ਹੋ, ਪੰਜਾਬੀ ਸੱਭਿਆਚਾਰ ਦੀ ਗੱਲਾਂ ਲਿਖਦੇ ਹੋ। ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਤੁਸੀਂ ਆਰਮੀ 'ਚ ਰਹਿੰਦੇ ਰਹਿੰਦੇ ਪੜ੍ਹਾਈ ਵੀ ਕੀਤੀ, ਔਰ ਤੁਸੀਂ ਗੋਲਡ ਮੈਡਲ ਵੀ ਲਿਆ ਪਟਿਆਲਾ ਯੂਨੀਵਰਸਿਟੀ ਤੋਂ। ਇੰਨੇ ਮਸ਼ਰੂਫੀਅਤ ਭਰੇ ਸਮੇਂ 'ਚੋਂ ਤੁਸੀਂ ਫਿਰ ਕਿਸ ਤਰ੍ਹਾਂ ਟਾਈਮ ਕੱਢਿਆ ਲਿਖਣ ਦਾ? ਜਿਹੜਾ ਤੁਹਾਡਾ ਸਫ਼ਰ ਹੈ ਉਹ ਕਦੋਂ ਸ਼ੁਰੂ ਹੋਇਆ? ਇਹ ਇਸ ਤਰ੍ਹਾਂ ਸੀ ਸਰਬਜੀਤ ਸਿੰਘ ਜੀ ਕਿ ਬਚਪਨ ਤੋਂ ਹੀ ਜਿਹੜਾ ਹੈ ਉਹ
ਪਿਤਾ ਵੱਲੋਂ ਗੁਰਮਤਿ ਦੇ ਸੰਸਕਾਰ ਮਿਲੇ ਤੇ ਅਜੇ ਮੇਰੀ 8 ਕੁ ਸਾਲ ਦੀ ਉਮਰ ਸੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨੀ ਲੱਗ ਗਿਆ ਤੇ ਸਹਿਜ ਪਾਠ ਕਰਨ ਲੱਗ ਪਿਆ। ਤੇ ਉਸ ਤੋਂ ਮੇਰੀ ਸੰਗ ਖੁੱਲਦੀ ਫਿਰ ਜਦੋਂ ਸਕੂਲ ਦੇ ਵਿੱਚ, ਅੱਜ ਕੱਲ ਪਤਾ ਨਹੀਂ ਹੋ ਰਿਹਾ ਕਿ ਨਹੀਂ ਸਰਬਜੀਤ ਸਿੰਘ ਜੀ, ਉਹਨਾਂ ਸਮਿਆਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਜਿਹੜੇ ਸਕੂਲ ਹੁੰਦੇ ਸਨ, ਉਹਨਾਂ ਦੇ ਵਿੱਚ ਇੱਕ ਸ਼ਨੀਚਰਵਾਰ ਦੀ ਬਾਲ ਸਭਾ ਲੱਗਿਆ ਕਰਦੀ ਸੀ। ਉਹਦੇ ਵਿੱਚ ਬੱਚੇ ਕਵਿਤਾਵਾਂ, ਹੋਰ ਭਾਸ਼ਣ, ਇਹ ਮੁਕਾਬਲੇ ਹੁੰਦੇ ਸਨ ਜਾਂ ਉਹਨਾਂ ਨੂੰ ਸਮਾਂ ਮਿਲਦਾ ਸੀ ਬਾਲ ਸਭਾ ਦੇ ਵਿੱਚ। ਤੇ ਉਹਦੇ ਵਿੱਚ ਮੈਂ ਅੱਛੀ ਪਰਫਾਰਮੈਂਸ ਕਰਦਾ ਰਿਹਾ ਤਾਂ ਮੈਨੂੰ ਬੜਾ ਮਾਣ ਸਨਮਾਨ ਆਪਣੇ ਜਿਹੜੇ ਨਾਲ ਦੇ ਮੇਰੇ ਵਿਦਿਆਰਥੀ ਸਨ ਤੇ ਮੇਰੇ ਅਧਿਆਪਕ ਸਨ, ਉਹਨਾਂ ਨੇ ਦੇਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਤੇ ਉੱਥੇ ਮੈਨੂੰ ਅੱਛੀ ਸੰਗਤ ਮਿਲ ਗਈ। ਮੈਗਜ਼ੀਨ ਦਾ ਮੈਂ ਇੰਚਾਰਜ ਸੀਗਾ, ਪੰਜਾਬੀ ਮੈਗਜ਼ੀਨ ਦਾ। ਇਸ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਿਹੜਾ UN ਵੱਲੋਂ ਮਾਨਤਾ ਪ੍ਰਾਪਤ ਹੈ ਤੇ ਵਰਲਡ ਲੈਵਲ ਦੀ ਜਥੇਬੰਦੀ ਹੈ ਸਾਡੀ ਨਿਸ਼ਕਾਮ ਸੇਵਾਦਾਰਾਂ ਦੀ, ਉਹਦਾ ਮੈਂ ਫਿਰ ਕਾਲਜ ਦਾ ਪ੍ਰਧਾਨ ਸੀਗਾ। ਇਸ ਤਰ੍ਹਾਂ ਯੂਥ ਸਰਵਿਸ ਕਲੱਬ ਦਾ ਪ੍ਰਧਾਨ ਸੀਗਾ। ਤੋ ਇਸ ਕਰਕੇ ਮੈਨੂੰ ਸਟੇਜਾਂ ਮਿਲਦੇ ਰਹੀਆਂ ਤੇ ਮੌਕੇ ਮਿਲਦੇ ਰਹੇ। ਮੈਂ ਦੂਸਰੇ ਕਵੀਆਂ ਦੀਆਂ ਕਵਿਤਾਵਾਂ ਸਟੇਜਾਂ ਤੇ ਸੁਣਾਉਂਦਾ ਰਿਹਾ ਤੇ ਇਸ ਤਰ੍ਹਾਂ ਹੌਲੀ ਹੌਲੀ ਫਿਰ ਮੇਰੀ ਆਪਣੀ ਕਲਮ ਵੀ ਚੱਲਣ ਲੱਗ ਪਈ। ਤੇ ਅੱਜ ਜਿਹੜਾ ਇਹ ਲੰਬਾ ਸਫ਼ਰ, ਜਿਹੜਾ 40 ਸਾਲ ਦਾ ਸਫ਼ਰ ਹੋ ਚੁੱਕਾ ਹੈ ਇਸ ਕਲਮ ਨੂੰ ਚੱਲਦਿਆਂ। ਤੇ ਜਦੋਂ ਸਰਬਜੀਤ ਸਿੰਘ ਜੀ ਮੈਂ ਕਲਮ ਚਲਾਈ ਹੈ ਤੇ ਜਿਵੇਂ ਪੁਰਾਣੇ ਸਾਡੇ ਕਵੀ ਸਾਹਿਬਾਨ ਹੁੰਦੇ ਸਨ, ਉਹ ਅਰਦਾਸ ਕਰਿਆ ਕਰਦੇ ਸਨ ਪਾਤਸ਼ਾਹ ਦੇ ਚਰਨਾਂ 'ਚ ਵੀ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ, ਜਿਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਛੱਜੂ ਝੀਵਰ ਦੇ ਸਿਰ ਤੇ ਛੜੀ ਰੱਖ ਕੇ ਉਸ ਤੋਂ ਜੋ ਅਰਥ ਕਰਵਾਏ ਸਨ ਮਹਾਨ ਗ੍ਰੰਥ ਦੇ। ਇਸੇ ਤਰ੍ਹਾਂ ਮੈਂ ਬੇਨਤੀ ਕੀਤੀ, 4 ਲਾਈਨਾਂ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਉਸ ਆਪਣੀ ਕਵਿਤਾ ਦੇ ਵਿੱਚੋਂ। ਆਜੋ ਕਿ ਰੱਬੀ ਦਾਤ ਤੇ ਕਵਿਤਾ ਦੀ ਬਖਸ਼ ਮੈਨੂੰ, ਮੇਰੇ ਹੱਥ ਤੋਂ ਕਲਮ ਫੜਾਈ ਦਾਤਾ। ਰੱਬੀ ਦਾਤ ਤੇ ਕਵਿਤਾ ਦੀ ਬਖਸ਼ ਮੈਨੂੰ, ਮੇਰੇ ਹੱਥ ਤੋਂ ਕਲਮ ਫੜਾਈ ਦਾਤਾ। ਔਖੀ ਘਾਟੀ ਤੇ ਮੁਸ਼ਕਲ ਏ ਬੜਾ ਪੈਂਡਾ, ਆਪੇ ਕਰਨੀ ਏ ਤੁਸਾਂ ਅਗਵਾਈ ਦਾਤਾ। ਲੈ ਕੇ ਲੋ ਗੁਰਬਾਣੀ ਦੀ ਜੋਤ ਕੋਲੋਂ, ਸਾਰੇ ਜੱਗ ਵਿੱਚ ਕਰੇ ਰੁਸ਼ਨਾਈ ਦਾਤਾ। ਰਹਿ ਕੇ ਨਾਮ ਖੁਮਾਰੀ ਦੇ ਵਿੱਚ ਹਰਦਮ, ਲਿਖਦੀ ਥੱਕੇ ਨਾ ਤੇਰੀ ਵਡਿਆਈ ਦਾਤਾ। ਤੋ ਇਹੋ ਜਿਹੇ ਕੁਝ ਲੰਬੀ ਕਵਿਤਾ ਸੀ ਅਰਜੋਈ ਮੇਰੀ। ਉਹਦੇ ਅਨੁਸਾਰ ਮੈਂ ਸਾਰਾ ਅੱਗੋਂ ਆਪਣੀ ਕਲਮ ਚਲਾਉਣੀ ਸ਼ੁਰੂ ਕੀਤੀ ਤੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਅੱਜ ਸਾਰੇ ਸੰਸਾਰ ਦੇ ਵਿੱਚ ਤੇ ਪੰਥ ਦੇ ਵਿੱਚ ਮਾਣ ਮਿਲ ਰਿਹਾ। ਬੜੀ ਖੁਸ਼ੀ ਦੀ ਗੱਲ ਆ, ਸਾਡੇ ਲਈ ਵੀ ਬੜੇ ਮਾਣ ਦੀ ਗੱਲ ਹੈ ਕਿ ਤੁਸੀਂ ਇੰਨੇ ਬੜੇ ਕਵੀ ਸਾਡੇ ਨਾਲ, ਸਾਡੇ ਪੰਥ ਦੇ ਵਿੱਚ ਹੋ। ਔਰ ਜਿਹੜਾ ਕਿ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਤੁਸੀਂ ਸਾਡੇ ਇਸ ਸ਼ੋਅ ਵਿੱਚ ਆਏ, ਆਪਣਾ ਕੀਮਤੀ ਸਮੇਂ ਦਿੱਤਾ ਹੈ। ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਗੱਲ ਕੀਤੀ ਸਕੂਲਾਂ ਦੀ, ਵੀ ਸਕੂਲਾਂ ਵਿੱਚ ਬਾਲ ਸਭਾ ਹੁੰਦੀ ਸੀ। ਜਿੱਥੇ ਤੱਕ ਮੈਨੂੰ ਪਤਾ ਵੀ ਤੁਹਾਡੀ ਇੱਕ ਕਵਿਤਾ ਜਿਹੜੀ ਤੁਸੀਂ ਬੈਟਲ ਆਫ ਸਾਰਾਗੜ੍ਹੀ ਦੀ ਲਿਖੀ ਸੀ, ਉਹ 5ਵੀਂ ਕਲਾਸ ਵਿੱਚ ਮੋਹਾਲੀ PSEB ਜਿਹੜੇ ਹੈਗੇ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ 5ਵੀਂ ਦੀ, ਉਹ 'ਚ ਪੜ੍ਹਾਈ ਜਾਂਦੀ ਹੈ। ਕੁਛ ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨਾਲ ਜ਼ਿਕਰ ਕਰੋਗੇ? ਹਾਂ ਬਿਲਕੁਲ ਜੀ, ਸਾਰਾਗੜ੍ਹੀ ਦੀ ਲੜਾਈ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ। ਔਰ ਉਸ ਵੇਲੇ ਜਿਹੜਾ ਸੀਗਾ ਸਾਰੇ ਇੰਡੀਆ ਦੇ ਉੱਤੇ ਤੇ ਬੜਾ ਲੰਬਾ ਚੌੜਾ ਇਲਾਕਾ ਸੀ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਤੇ ਸਰਹੱਦ ਸਾਡੀ ਅਫਗਾਨਿਸਤਾਨ ਦੇ ਨਾਲ ਜਾ ਰਲਦੀ ਸੀ। ਤੇ ਉਸ ਵੇਲੇ 21 ਬਹਾਦਰ ਸਿੱਖ ਸੈਨਿਕ, ਉਹਨਾਂ ਦੀ ਇੱਕ ਰੈਜੀਮੈਂਟ ਜਿਹੜੀ ਸੀ, ਉਹ ਉੱਥੇ ਗੜੀ ਦੀ ਰੱਖਿਆ ਦੇ ਲਈ ਤੇ ਉਸ ਸਾਰੇ ਇਲਾਕੇ ਦੀ ਰੱਖਿਆ ਦੇ ਲਈ ਉੱਥੇ ਸੀ। ਤੇ ਉਧਰੋਂ ਕਬਾਇਲੀਆਂ ਨੇ ਜਦੋਂ ਹਮਲਾ ਕਰ ਦਿੱਤਾ ਗੜੀ ਤੇ ਉਸ ਵੇਲੇ ਫਿਰ 21 ਸਿੱਖ ਸੈਨਿਕਾਂ ਨੇ ਆਪਣੇ ਜਿਹੜੇ ਉਤੋਂ ਆਰਡਰ ਆਏ ਕਿ ਤੁਸੀਂ ਗੜੀ ਛੱਡ ਕੇ ਪਿੱਛੇ ਆ ਜਾਓ, ਪਰ ਉਹਨਾਂ ਸਿੱਖ ਸੈਨਿਕਾਂ ਨੇ ਫੈਸਲਾ ਕੀਤਾ ਕਿ ਅਸੀਂ ਗੜੀ ਨਹੀਂ ਛੱਡਣੀ, ਅਸੀਂ ਜੂਝ ਕੇ ਰਣ ਮੈਦਾਨ ਵਿੱਚ ਮਰਾਂਗੇ, ਲੜਾਂਗੇ ਤੇ ਅਖੀਰਲੇ ਦਮ ਤੱਕ ਲੜਾਂਗੇ। ਇਹ ਸਾਰੇ ਸੰਸਾਰ ਦੀ ਪ੍ਰਸਿੱਧ ਸਾਰਾਗੜ੍ਹੀ ਦੀ ਲੜਾਈ ਜਿਹੜੀ ਮੇਰੀ 5ਵੀਂ ਦੇ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ। ਜੇ ਕਹੋ ਤੇ ਮੈਂ 2-4 ਲਾਈਨਾਂ ਸਾਂਝੀਆਂ ਕਰ ਲਵਾਂ। ਮੈਂ ਉਹੀ ਗੱਲ ਕਰਨ ਜਾਣਾ ਸੀ, ਅਸੀਂ ਚਾਹੁੰਦੇ ਕਿ ਤੁਸੀਂ ਉਹਦੀਆਂ ਜ਼ਰੂਰ ਸਾਡੇ ਨਾਲ ਜਿਹੜੀਆਂ 2-4 ਪੰਕਤੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਸੁਣਿਓ ਕਿ ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ, ਅਫਗਾਨਿਸਤਾਨ ਤੱਕ ਹੱਦ ਵਧਾਈ ਹੈ ਸੀ ਤੇ ਇਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾਗੜ੍ਹੀ ਇੱਕ ਚੌਂਕੀ ਬਣਾਈ ਹੈ ਸੀ। ਇਸ ਚੌਂਕੀ ਤੇ 21 ਸਨ ਸਿੱਖ ਸੈਨਿਕ ਤੇ ਜ਼ਿੰਮੇਵਾਰੀ ਤਦ ਖੂਬ ਨਿਭਾਈ ਹੈ ਸੀ। ਹਮਲਾ ਕੀਤਾ ਕਬਾਇਲੀਆਂ ਗੜੀ ਉੱਤੇ, ਕਾਲੀ ਘਟਾ ਕੋਈ ਗੜੀ ਤੇ ਛਾਈ ਐਸੀ।
ਰੈਜੀਮੈਂਟ ਦੇ ਮੁਖੀ ਨੂੰ ਉਸ ਵੇਲੇ ਸਿਗਨਲ ਮੈਨ ਨੇ ਖਬਰ ਪਹੁੰਚਾਈ ਹੈ ਸੀ ਤੇ ਅੱਗੋਂ ਕਰਨਲ ਨੇ ਵੱਲੋਂ ਸਭ ਸੈਨਿਕਾਂ ਨੂੰ ਗੜੀ ਛੱਡਣ ਲਈ ਤਾਰ ਤਦਿਆਈ ਹੈ ਸੀ। ਪਰ ਸਿੱਖ ਫੌਜੀਆਂ ਭੱਜਣ ਦੀ ਥਾਂ ਉੱਤੇ ਲੜਨ ਮਰਨ ਦੀ ਵਿਉਂਤ ਬਣਾਈ ਹੈ ਸੀ। 12 ਸਤੰਬਰ 1897 ਨੂੰ ਲਹੂ ਡੋਲਵੀਂ ਹੋਈ ਲੜਾਈ ਹੈ ਸੀ ਤੇ ਜਾਚ ਕੇ ਆਪਣੀ ਜਾਨ ਤੇ ਖੇਡ ਕੇ ਇੰਜ ਜਾਨ ਦੇਸ਼ ਤੇ ਕੌਮ ਵਿੱਚ ਪਾਈ ਹੈ ਸੀ ਤੇ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ, ਕੋਈ ਬੇਮਿਸਾਲ ਹੋਈ ਲੜਾਈ ਹੈ ਸੀ। ਕੀ ਬਾਤ ਹੈ ਜੀ, ਵਾਕਈ ਤੁਹਾਡੀ ਜਿਹੜੀ ਕਵਿਤਾ ਹੈ ਜਿਹੜੀ ਬਹੁਤ ਵਧੀਆ ਹੈ, ਸਾੜਾਗਰੀ ਨੂੰ ਬਿਆਨ ਕਰਦੀ ਹੈ ਔਰ ਹੋਈ ਵੀ ਇਸ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਤੁਸੀਂ ਲਿਖਿਆ, ਹੂ ਬਹੂ ਉਹੀ ਚੀਜ਼ ਘਟੀ ਸੀ ਉਸ ਵੇਲੇ। 21 ਸਿੰਘਾਂ ਨੇ ਤਕਰੀਬਨ 10,000 ਜਿਹੜੇ ਸੈਨਿਕ ਸੀ ਉਹਨਾਂ ਨਾਲ ਇਹ ਯੁੱਧ ਕੀਤਾ ਸੀਗਾ। ਸੋ 1.25 ਲੱਖ ਸੇ ਏਕ ਲੜਾਊ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਉਹ ਜਿਹੜੀ ਬਾਣੀ ਸੀ ਉਸ ਵੇਲੇ ਸੱਚ ਹੋਈ ਸੀਗੀ। ਬਿਲਕੁਲ ਜੀ, ਬਿਲਕੁਲ। ਜਾਚਕ ਜੀ, ਆਪਾਂ ਹੋਰ ਤੁਹਾਡੇ ਨਾਲ ਕਵਿਤਾਵਾਂ ਜ਼ਰੂਰ ਸੁਣਦੇ ਰਹਾਂਗੇ, ਲੇਕਿਨ ਇਸ ਤੋਂ ਪਹਿਲਾਂ ਮੈਂ ਮਾੜੀ ਜੀ ਆਪਣੇ ਸਰੋਤਿਆਂ ਦੀ ਗੱਲ ਦੱਸ ਦੇਵਾਂ ਦੋਸਤੋ, ਕਿਉਂਕਿ ਟੈਕਨੀਕਲ ਪ੍ਰੋਬਲਮ ਕਰਕੇ ਥੋੜੀ ਸਾਨੂੰ ਪ੍ਰੋਬਲਮ ਆਈ ਹੈ ਕਿ ਜਿਹੜੇ ਹਰੀ ਸਿੰਘ ਜਾਚਕ ਜੀ ਸਾਡੇ ਨਾਲ ਲਾਈਵ ਨਹੀਂ ਹੋ ਸਕਦੇ, ਲੇਕਿਨ ਉਹ ਵੌਇਸ ਦੇ ਤੌਰ 'ਤੇ ਸਾਡੇ ਨਾਲ ਜਿਹੜੀ ਗੱਲ ਪੂਰੀ ਕਰ ਰਹੇ ਨੇ, ਲਾਈਵ ਕਰ ਰਹੇ ਨੇ। ਅਤੇ ਜਿਹੜੇ ਕਾਲਾਂ ਦਾ ਟਾਈਮ ਹੈ ਉਹ ਹਾਲੇ ਦੱਸਾਂਗੇ ਤੁਹਾਨੂੰ, ਕਿਉਂਕਿ ਇਹਨਾਂ ਨਾਲ ਕਾਫੀ ਗੱਲਾਂ ਕਰਨੀਆਂ, ਕਿਉਂਕਿ ਸਾਡੇ ਕੋਲ ਅੱਜ ਇੱਕ ਐਸੇ ਮਹਾਨ ਸ਼ਖਸੀਅਤ ਪਹੁੰਚੇ ਨੇ ਜਿਨ੍ਹਾਂ ਦੇ ਅਸੀਂ ਸੁਣਨ ਨੂੰ ਕਾਫੀ ਬੇਤਾਬ ਰਹੇ ਹਾਂ। ਸੋ ਜਾਚਕ ਜੀ, ਗੱਲ ਇਸ ਤਰ੍ਹਾਂ ਸੀ ਵੀ ਤੁਸੀਂ ਹਮੇਸ਼ਾ ਸਿੱਖੀ ਬਾਰੇ ਲਿਖਦੇ ਹੋ, ਸਿੱਖਾਂ ਬਾਰੇ ਲਿਖਦੇ ਹੋ, ਔਰ ਜੇ ਆਪਾਂ ਕਹੀਏ ਗੁਰਮਤ ਜਿਹੜਾ ਆਪਣੀ ਸਿਧਾਂਤ ਨੇ ਉਹਨਾਂ ਦੀ ਗੱਲ ਕਰਦੇ ਹੋ, ਤੁਸੀਂ ਉਹਨਾਂ ਬਾਰੇ ਸਾਡੇ ਨਾਲ ਕੋਈ ਸਾਂਝ ਪਾਓ ਆਪਣੀ ਕਵਿਤਾ 'ਚੋਂ। ਜੇ ਹੁਕਮ ਕਰੋ, ਅੱਜ 100 ਸਾਲਾ ਸ਼ਤਾਬਦੀ ਆਪਾਂ ਮਨਾ ਰਹੇ ਹਾਂ ਨਾਨਕਸਰ ਹਾਂਜੀ ਸਾਕੇ ਦੀ, ਤੇ ਜਿਹੜੀਆਂ ਮੇਰੀਆਂ ਕਵਿਤਾਵਾਂ ਹੁੰਦੀਆਂ ਨੇ ਸਰਬਜੀਤ ਸਿੰਘ ਜੀ, ਹਾਂਜੀ, ਕਿ ਜਿਹੜਾ ਦਿਨ ਹੁੰਦਾ ਹੈ ਉਸ ਦਿਨ 15 ਲੱਖ ਦੇ ਕਰੀਬ ਸਾਰੀ ਦੁਨੀਆ ਦੇ ਵਿੱਚ ਇਹ WhatsApp ਰਾਹੀਂ, Facebook ਰਾਹੀਂ, YouTube ਰਾਹੀਂ ਤੇ ਇਸ ਦੇ ਨਾਲ ਸੋਸ਼ਲ ਮੀਡੀਆ ਦੇ Twitter ਜਿਹੜਾ ਹੈ, Instagram ਹੈ, ਇਹਨਾਂ ਸਾਰੇ ਮੀਡੀਆ ਰਾਹੀਂ ਮੇਰੀ ਕਵਿਤਾ ਉਸ ਦਿਨ ਸਾਰੀ ਦੁਨੀਆ 'ਚ ਪਹੁੰਚ ਜਾਂਦੀ ਹੈ। ਤੇ ਜਾਚਕ ਜੀ, ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਸਾਡਾ ਸ਼ੋਅ ਹੈ ਤਕਰੀਬਨ 140 ਕੰਟਰੀਆਂ 'ਚ ਦੇਖਿਆ ਜਾ ਰਿਹਾ ਇਸ ਵੇਲੇ, ਔਰ ਤੁਸੀਂ ਇਸ ਵੇਲੇ ਲਾਈਵ ਆਪਣੀ ਜਿਹੜੀ ਇਹ ਰਚਨਾ ਹੈ ਜਿਹੜੀ ਤੁਸੀਂ ਅੱਜ ਦੇ ਦਿਨ ਵਾਸਤੇ ਲਿਖੀ ਸੀਗੀ, ਮੈਂ ਚਾਹਾਂਗਾ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਤਰ੍ਹਾਂ ਦਾ ਸਾਡੇ ਲਈ ਮਹਾਨ ਦਿਨ ਹੈ, ਇੱਕ ਤੇ ਸ਼ਹੀਦੀ ਸਾਕਾ ਜਿਹੜਾ ਨਨਕਾਣਾ ਸਾਹਿਬ ਦਾ, ਹਾਂਜੀ, ਦੂਜਾ ਅੱਜ ਇੰਟਰਨੈਸ਼ਨਲ ਲੈਵਲ ਤੌਰ ਤੇ ਲੈਂਗੁਏਜ ਡੇ ਹੈ। ਹਾਂਜੀ, ਪੰਜਾਬੀ ਸਾਡੀ ਮਾਂ ਬੋਲੀ ਜਿਹੜੀ ਦੋ ਹੈ, ਮੈਂ ਸਿਰਫ ਇੱਕ ਬੰਦ ਇਹਨਾਂ ਦਾ ਸਾਂਝਾ ਕਰਦਾ ਕਿਉਂਕਿ ਸਾਰੀ ਦੁਨੀਆ ਵੀ ਹੈ ਕਿ ਆਪਣਾ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਜਦੋਂ ਅੰਗਰੇਜ਼ ਦੇ ਪਿੱਠੂ ਜਿਹੜੇ ਮਹੰਤ ਸਨ ਉਹਨਾਂ ਨੇ ਦੁਰਾਚਾਰ ਕੀਤੇ ਹੋਏ ਸਨ ਨਨਕਾਣਾ ਸਾਹਿਬ ਦੀ ਧਰਤੀ ਤੇ, ਗੁਰਦੁਆਰਾ ਸਾਹਿਬ ਅੰਦਰ, ਹਾਂਜੀ, ਤੇ ਸਰਦਾਰ ਲਛਮਣ ਸਿੰਘ ਤੇ ਹੋਰ ਸਿੰਘਾਂ ਨੇ ਸ਼ਹੀਦ ਹੋ ਕੇ ਤੇ ਨਨਕਾਣਾ ਸਾਹਿਬ ਨੂੰ ਸਰਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੇ ਜਾ ਕੇ ਯਾਦ ਕਰਵਾਇਆ ਸੀ। ਸਿਰਫ 4 ਮਹੀਨੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰ ਰਿਹਾ ਅੱਜ ਦੇ ਦਿਨ ਤੇ ਕਿ ਜਿਉਂਦੇ ਜੀ ਸ਼ਹਾਦਤ ਦਾ ਜਾਮ ਪੀ ਕੇ ਆ ਬੀਜ ਅਣਖ ਦਾ ਬੋਇਆ ਸੀ, ਖਾਲਸੇ ਨੇ ਕਿਸੇ ਇੱਕ ਵੀ ਹਾਏ ਨਾ ਕਈ ਮੁਖੋਂ, ਨਾ ਹੀ ਹੌਸਲਾ ਖੋਇਆ ਸੀ। ਖਾਲਸੇ ਨੇ ਗੁਰੂ ਘਰਾਂ ਦੇ ਵਿੱਚੋਂ ਵਿਭਚਾਰ ਵਾਲਾ ਤੇ ਬੂਹਾ ਸਦਾ ਲਈ ਢੋਇਆ ਸੀ। ਖਾਲਸੇ ਨੇ ਲੱਗਾ ਦਾਗ ਨਨਕਾਣੇ ਦੀ ਧਰਤੀ ਉੱਤੇ ਆਪਣੇ ਖੂਨ ਨਾਲ ਧੋਇਆ ਸੀ। ਖਾਲਸੇ ਨੇ, ਕੀ ਬਾਤ ਹੈ ਜੀ, ਲੱਗਾ ਦਾਗ ਨਨਕਾਣੇ ਦੀ ਧਰਤੀ ਉੱਤੇ ਆਪਣੇ ਖੂਨ ਨਾਲ ਧੋਇਆ ਸੀ। ਖਾਲਸੇ ਨੇ। ਤਾਂ ਤੁਸੀਂ ਇੰਗਲੈਂਡ ਦੇ ਵਿੱਚ ਬੈਠੇ ਹੋ, ਸਾਰੀ ਦੁਨੀਆ ਦੇ ਵਿੱਚ ਪੰਜਾਬੀ ਸਜੇ ਬੈਠੇ ਨੇ। ਮੈਂ ਇੱਕ ਗੱਲ ਜਿਹੜਾ ਪੰਜਾਬੀ ਮਾਂ ਬੋਲੀ ਬਾਰੇ ਅੱਜ ਕਹਿੰਦੇ ਆ, ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਆਪੋ ਆਪਣੀ ਭਾਸ਼ਾ ਦਾ ਦਿਨ ਮਨਾਇਆ ਜਾ ਰਿਹਾ ਸਰਬਜੀਤ ਸਿੰਘ ਜੀ, ਹਾਂਜੀ, ਕਿ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲਦੇ ਨੇ। ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਫੋਲਦੇ ਨੇ। ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ, ਜਾਂ ਫਿਰ ਕਿਤੇ ਜਾ ਕੇ ਬਿਜ਼ਨਸ ਖੋਲਦੇ ਨੇ। ਇੰਗਲਿਸ਼, ਹਿੰਦੀ ਜਾਂ ਬੋਲਦੇ ਹੋਰ ਭਾਸ਼ਾ, ਬੋਲ ਅੰਦਰ
ਰਸ ਘੋਲਦੇ ਨੇ, ਵਾਹ। ਪਰ ਹਰ ਬੋਲ ਦਾ ਉਦੋਂ ਹੀ ਮਜ਼ਾ ਆਉਂਦਾ ਜਦ ਪੰਜਾਬੀ ਪੰਜਾਬੀ ਵਿੱਚ ਬੋਲਦੇ ਨੇ। ਕੀ ਬਾਤ ਹੈ ਜੀ, ਵਾਹ ਵਾਹ ਵਾਹ, ਖੂਬ। ਉਹ ਹੀ ਮਜ਼ਾ ਆਉਂਦਾ ਸਰਬਜੀਤ ਸਿੰਘ, ਜਦ ਪੰਜਾਬੀ ਵਿੱਚ ਬੋਲਦੇ ਨੇ। ਤੋਂ ਅੱਜ ਦੇ ਦਿਨ ਤੇ ਮੈਂ ਹਾਜ਼ਰੀ ਲਗਵਾਉਣੀ ਜ਼ਰੂਰ ਸਮਝਦਾ ਸੀ। ਅੱਗੋਂ ਜਿਵੇਂ ਜਿਵੇਂ ਆਪ ਜੀ ਦਾ ਹੁਕਮ ਹੈ, ਮੈਂ ਹਾਜ਼ਰ। ਜ਼ਰੂਰ ਜੀ ਜ਼ਰੂਰ। ਤੁਸੀਂ ਗੱਲ ਕੀਤੀ ਸ਼ਹੀਦੀਆਂ ਦੀ, ਆਪਣੇ ਸਿੱਖਾਂ ਨੇ ਜਿਨ੍ਹਾਂ ਕੁਰਬਾਨੀਆਂ ਦਿੱਤੀਆਂ, ਉਹ ਮੈਨੂੰ 4 ਲਾਈਨਾਂ ਯਾਦ ਆ ਗਈਆਂ ਜੋ ਤੁਹਾਡੀ ਨਜ਼ਰ ਕਰ ਰਿਹਾ। ਕਹਿੰਦੇ ਅੱਖਾਂ ਸਿੱਖ ਦੀਆਂ ਬਣੀਆਂ ਨਹੀਂ ਝੁਕਣ ਦੇ ਲਈ, ਅੱਖਾਂ ਸਿੱਖ ਦੀਆਂ ਬਣੀਆਂ ਨਹੀਂ ਝੁਕਣ ਦੇ ਲਈ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ। 2 ਗੱਲਾਂ ਲਈ ਸਿੱਖ ਦਾ ਸਿਰ ਬਣਿਆ, 2 ਗੱਲਾਂ ਲਈ ਸਿੱਖ ਦਾ ਸਿਰ ਬਣਿਆ, ਆਰਿਆਂ ਲਈ ਜਾਂ ਸਰਦਾਰੀਆਂ ਲਈ। ਸੋ ਇਹ ਜੋ ਇਹ ਸਰਦਾਰੀ ਹੈ ਬੜੇ ਭਾਗਾਂ ਨਾਲ ਮਿਲਦੀ ਆ। ਹਾਂਜੀ, ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਅੰਮ੍ਰਿਤ ਦੀ ਕੀ ਸ਼ਕਤੀ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕੇਸਗੜ੍ਹ ਦੀ ਪਾਵਨ ਧਰਤੀ ਤੇ ਬਖਸ਼ਿਸ਼ ਕੀਤਾ ਹੈ। ਹਾਂਜੀ, ਕਿ ਪਾਵਨ ਅੰਮ੍ਰਿਤ ਦੀ ਸ਼ਕਤੀ ਜੇ ਵੇਖਣੀ ਜੇ, ਸਿੰਘ ਚਰਖੜੀਆਂ ਦੇ ਉੱਤੇ ਚੜੇ ਵੇਖੋ। ਕੀ ਬਾਤ। ਪਾਵਨ ਅੰਮ੍ਰਿਤ ਦੀ ਸ਼ਕਤੀ ਜੇ ਵੇਖਣੀ ਜੇ, ਤੇ ਸਿੰਘ ਚਰਖੜੀਆਂ ਤੇ ਚੜੇ ਦੇਖੋ। ਚੜੇ ਵੇਖੋ, ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਲਾੜੀ ਮੌਤ ਪਰਨਾਉਣ ਲਈ ਖੜੇ ਵੇਖੋ। ਆ ਬੰਦ ਭਾਵੇਂ ਕੱਟੇ ਜਾ ਰਹੇ ਨੇ, ਮੁਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ। ਆ ਲਿਖਿਆ ਗੁਰੂ ਗ੍ਰੰਥ ਦੀਆਂ ਜਿਨ੍ਹਾਂ ਬੀੜਾ ਸੀਸ ਤਲੀ ਤੇ ਰੱਖ ਕੇ ਤਾਂ ਲੜੇ ਵੇਖੋ। ਕੀ ਬਾਤ। ਗੱਲ ਮਾਵਾ ਹਾਰ ਜੋ ਤੱਕ ਰਹੇ ਹੋ, ਮੋਤੀ ਲਾਲਾਂ ਦੇ ਸਿਰਾਂ ਦੇ ਜੜੇ ਵੇਖੋ। ਆ ਪੁੱਠੇ ਲਟਕਦੇ ਜੰਡਾਂ ਦੇ ਨਾਲ ਤੱਕੋ, ਜਾਂ ਫਿਰ ਭੱਠੀਆਂ ਦੇ ਵਿੱਚ ਸੜੇ ਵੇਖੋ। ਤੇ ਸਿੰਘਾਂ ਨੂੰ ਲੰਗਰ ਛਕਾਉਣ ਵਾਲੇ ਆ ਚੱਲਦੇ ਇੰਜਣਾਂ ਦੇ ਅੱਗੇ ਅਰੇ ਵੇਖੋ। ਤੇ ਵਾਰ ਨੇ ਆਪਣਾ ਆਪ ਜੋ ਗੁਰੂ ਜੀ ਤੋਂ ਸਿੱਖੀ ਸਿਦਕ ਨਿਭਾਉਂਦੇ ਹੋਏ ਬੜੇ ਵੇਖੋ। ਵਾਹ ਜੀ ਵਾਹ। ਤਾਂ ਇਹ ਹੈ ਸਾਡਾ ਵਿਰਸਾ ਤੇ ਇਤਿਹਾਸ, ਜੋ ਲਹੂ ਭਿੱਜਾ ਇਤਿਹਾਸ ਹੈ ਸਰਬਜੀਤ ਸਿੰਘ ਜੀ। ਵਾਕਈ ਜੋ ਤੁਸੀਂ ਕਿਹਾ, ਸਾਡੇ ਕਹਿੰਦੇ ਹੁੰਦੇ ਨੇ ਰੋਮ ਰੋਂਗਟੇ ਖੜੇ ਹੋ ਗਏ ਆ। ਚਾਚਾ ਜੀ ਕਾਲ ਆ ਗਈ, ਆਪਾਂ ਆਪਣੇ ਸਰੋਤਿਆਂ ਦੀ ਕਾਲ ਲੈ ਲਈਏ ਤੇ ਨਾਲੇ ਆਪਾਂ ਗੱਲ ਵੀ ਜਾਰੀ ਰੱਖਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਟੱਕ ਸਾਹਿਬ, ਤੁਹਾਨੂੰ ਤੇ ਤੁਹਾਡੇ ਸਤਿਕਾਰਯੋਗ ਮਹਿਮਾਨ ਹਰੀ ਸਿੰਘ ਹੋਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਟੱਕ ਸਾਹਿਬ, ਹਾਂਜੀ ਭੋਗਲ ਜੀ, ਕੀ ਕਹਿਣਾ ਚਾਹੋਗੇ ਅੱਜ? ਦੇਖੋ ਜੀ, ਸਰਦਾਰ ਸਾਹਿਬ ਨੇ ਗੱਲ ਕੀਤੀ ਸੀ ਕਲਮ ਦੀ। ਹਾਂਜੀ, ਜਦੋਂ ਇਹਨਾਂ ਦੀ ਕਲਮ ਚੱਲਣੀ ਸ਼ੁਰੂ ਹੋਈ ਆ ਤੇ ਮੈਂ ਇਹ ਕਹਿਣਾ ਆ ਵੀ ਕਲਮ ਜੇ ਕਲਮਾਂ ਤਲਵਾਰਾਂ ਨਾਲ ਉਹ ਕੰਮ ਤਲਵਾਰਾਂ ਨਹੀਂ ਕਰ ਸਕਦੀਆਂ ਜਿਹੜੀਆਂ ਕਲਮਾਂ ਕਰ ਸਕਦੀਆਂ ਨੇ। ਵਾਕਈ ਉਹਦਾ ਇੱਕ ਮੈਂ ਐਗਜ਼ਾਮਪਲ ਦੇਣਾ, ਕਿਉਂਕਿ ਸਮਾਂ ਬਹੁਤਾ ਨਹੀਂ ਆਪਣੇ ਕੋਲ ਹੁੰਦਾ, ਤੁਹਾਨੂੰ ਪਤਾ। ਹਾਂਜੀ, ਤੇ ਅਸੀਂ ਸਮੇਂ 'ਚ ਰਹਿਣ ਦੀ ਕੋਸ਼ਿਸ਼ ਕਰਦੇ ਆ। ਮੈਂ ਇਹ ਕਹਿਣਾ ਚਾਹੁੰਦਾ ਵੀ ਕਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨਾਲੋਂ ਕਲਾਧਾਰੀ ਵੱਡਾ ਜੱਗ 'ਚ ਕੋਈ ਨਹੀਂ ਹੋਇਆ ਤੇ ਕਲਮਧਾਰੀ ਵੀ ਕੋਈ ਨਹੀਂ ਹੋਇਆ। ਹਾਂਜੀ, 52 ਕਵੀ ਉਹਨਾਂ ਨੇ ਰੱਖੇ, ਸਥਾਪਿਤ ਕੀਤੇ ਸਨ ਇਸੇ ਕਰਕੇ, ਕਿਉਂਕਿ ਕਲਮਾਂ ਦੀ ਬਹੁਤ ਬੜੀ ਜ਼ਿੰਮੇਵਾਰੀ ਆ ਸਮਾਜ ਦੇ ਵਿੱਚ। ਤੇ ਆਜੋ ਭੋਗਲ ਸਾਹਿਬ, ਕੀ ਕਹਿਣਾ ਚਾਹੋਗੇ ਅੱਜ? ਤੇ ਮੈਂ ਬਿਲਕੁਲ ਕਲਗੀਧਰ ਪਾਤਸ਼ਾਹ ਦੀ ਕਲਮ ਦਾ ਜਿਹੜਾ ਕਮਾਲ ਸੀ ਉਹ ਪੇਸ਼ ਕਰਨ ਲੱਗਾ। ਇਰਸ਼ਾਦ ਜੀ, ਇਰਸ਼ਾਦ। ਲਿਖਿਆ ਇਹ ਹੈਗਾ ਜੀ, ਜਿਹੜਾ ਜਫਰਨਾਮਾ ਲਿਖਿਆ ਸੀਗਾ ਨਾ, ਉਹਦੇ ਬਾਰੇ ਏਦਾਂ। ਹਾਂਜੀ, ਕਲਗੀਧਰ ਦੀ ਕਲਮ ਦਾ ਕਮਾਲ, ਇਹਦਾ ਸਿਰਲੇਖ ਰੱਖਿਆ ਹੈਗਾ। ਇਰਸ਼ਾਦ ਜੀ। ਕਿਉਂਕਿ ਸਰਦਾਰ ਸਾਹਿਬ ਨੇ ਕਲਮਾਂ ਦੀ ਅੱਜ ਗੱਲ ਕੀਤੀ, ਮੈਂ ਕਿਹਾ ਚਲੋ ਕਲਮ ਤੇ ਗੱਲ ਹੋਣੀ ਚਾਹੀਦੀ ਆ। ਹਾਂਜੀ, ਇਰਸ਼ਾਦ ਜੀ। ਲਿਖਿਆ ਬਈ ਔਰੰਗਜ਼ੇਬ ਦੇ ਮਾਣੇ ਤਖਤ ਦੀ ਸੋਭਾ ਤੇ ਸ਼ਾਨ ਹੁੰਦੇ। ਔਰੰਗਜ਼ੇਬ ਦੇ ਮਾਣੇ ਤਖਤ ਦੀ ਸੋਭਾ ਤੇ ਸ਼ਾਨ ਹੁੰਦੇ, ਤਖਤ ਦੀ ਸ਼ਾਨ ਤੂੰ ਕਦੇ ਬਣ ਹੀ ਨਾ ਸਕਿਆ। ਉਹ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਰਿਹਾ ਕਹਿੰਦਾ, ਪੱਕਾ ਮੁਸਲਮਾਨ ਤੂੰ ਕਦੇ ਬਣ ਹੀ ਨਾ ਸਕਿਆ। ਇਹ ਜ਼ਫਰਨਾਮੇ ਦੇ ਵਿੱਚ ਲਿਖਿਆ ਜੀ ਉਹਨਾਂ ਨੇ। ਔਰੰਗਜ਼ੇਬ ਦੇ ਮਾਣੇ ਤਖਤ ਦੀ ਸੋਭਾ ਤੇ ਸ਼ਾਨ ਹੁੰਦੇ, ਤਖਤ ਦੀ ਸ਼ਾਨ ਤੂੰ ਕਦੇ ਬਣ ਹੀ ਨਾ ਸਕਿਆ। ਉਹ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਰਿਹਾ ਕਹਿੰਦਾ, ਪੱਕਾ ਮੁਸਲਮਾਨ ਤੂੰ ਕਦੇ ਬਣ ਹੀ ਨਾ ਸਕਿਆ। ਬੇ ਤੂੰ ਜੋ ਕੁਝ ਪਾਇਆ ਛਲ ਫਰੇਬ ਕਰਕੇ,
तू जो कुछ पाया पाया छल फरेब करके ईमानदार तू कदे बन ही ना सकिया ओए दीना मजलूमा दे लहू नाल हाथ रंगे दीनदार तू कदे बन ही ना सकिया भलिया दीना मजलूमा दे लहू नाल हाथ रंगे दीनदार तू कदे बन ही ना सकिया भलिया दीनदार तू कदे बन ही ना सकिया। क्या बात है। लिखा भाई तू शुक्रिया डॉक्टर साहब लिखा भाई तू अपने सके भाइयां कतल कर प्यो कैद कीता तू अपने सके भाइयां कतल कर प्यो कैद कीता अच्छा इंसान तू कदे बन ही ना सकिया ओए तेरे परदादे अकबर नू आलम महान आके उस कदर महान तू बन ही ना सकिया। क्या बात है, क्या बात है। तू अपने सके भाइयां कतल कर प्यो कैद कीता अच्छा इंसान तू कदे बन ही ना सकिया ओए तेरे परदादे अकबर नू आलम महान आखे उस कदर महान तू बन ही ना सकिया। बई जफरनामा पढ़ औरंगे दी बेटी दे हाथ जुड़ गए। वाह। जफरनामा पढ़ औरंगे दी बेटी दे हाथ जुड़ गए कहंदी कलगीधर पिता दा गया कख नहीं अल्लाह खैर करे मैं तां सच आखां अब्बा जान तुहाडा रिहा कख नहीं। क्या बात है जी। वाह। जदों जफरनामा पढ़िया ना बीबी ने बेटी ने हाँ जी। बई जफरनामा पढ़ औरंगे दी बेटी ने हाथ जफरनामा पढ़ औरंगे दी बेटी दे हाथ जुड़ गए कहंदी कलगीधर पिता दा गया कख नहीं ओए अल्लाह खैर करे मैं तां सच आखां अब्बा जान तुहाडा रिहा कख नहीं बई अब्बा जान तुहाडा रिहा कख नहीं। क्या बात है भगल साहब। उस किले वर्गे घर नू किसे की करना है उस किले वर्गे घर नू किसे की करना है जिथे हर वेले कला कलेश होवे ओए कुली कखां दी उस तो किते बेहतर जिथे सुख सकून ते चैन हमेश होवे। क्या बात है। बई उस मर्द नू मरिया समान समझो उस मर्द नू मरिया समान समझो जिहदे पल्ले ना भोरा पर मर्दाना पण होवे ओए ओ कदे ना धर्मी हो सकदा जिहदे अंदर ना दया दा कण होवे यारो ओ कदे ना धर्मी हो सकदा जिहदे अंदर ना दया दा कण होवे यारो जिहदे अंदर ना दया दा कण होवे। डॉक्टर साहब आखिरी बंद बोल के तुहातों खिमा। इरशाद इरशाद। बई उस तासीर नू तवारीख ने जग जार कीता उस तासीर नू तवारीख ने जग जहर कीता जेड़ी झूठ पुट के सच दी नींह धर गई ओए खुदी नाल खुदा दा वैर हुंदा है जिने हाकम दा हुक्म मनिया ओ रूह तर गई। क्या बात, क्या बात। उस तासीर नू तवारीख ने जग जहर कीता जेड़ी झूठ पुट के सच दी नींह धर गई ओए खुदी नाल खुदा दा वैर हुंदा है जिने हाकम दा हुक्म मनिया ओ रूह तर गई। बई धर्म दे नां ते औरंगा कहरां दे कहर करदा। डॉक्टर साहब आखिरी दो लाइनां ने बई धर्म दे नां ते औरंगा कहरां दे कहर करदा जिकण सचमुच सी ओदी जमीर मर गई ओए तिखे हथियारां तो होया ना कम जेड़ा ओ कलगीधर दी भोगल कलम कर गई यारो तिखे हथियारां तो होया ना कम जेड़ा ओ कलगीधर दी भोगल कलम कर गई बई ओ कलगीधर दी भोगल कलम कर गई। क्या बात है जी भोगल साहब। एक कलमा दा कमाल वा डॉक्टर साहब एक कलमा दी जिम्मेवारी लाई सी 10वें पातशाह ने। हाँ जी भगत जी बहुत बहुत धन्यवाद ਤੁਸੀਂ ਬੜੇ ਵਧੀਆ ਤਰੀਕੇ ਨਾਲ ਜਾਂ ਆਪਣੀ ਗੱਲ ਕਹਿ ਕੇ ਗਏ ਹੋ ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਕਲਮ ਦਾ ਕਮਾਲ ਸੀ। ਮੈਂ ਕਿਹਾ ਜਿਹੜੀ ਗੱਲ ਕੋਮਲ ਸਾਹਿਬ ਨੇ ਕੀਤੀ ਹੈ ਮੈਂ ਸਪਲੀਮੈਂਟ ਕਰਨਾ ਚਾਹਾਂਗਾ ਹੋਏ ਤਾਂ। ਹਾਂਜੀ ਹਾਂਜੀ ਇਰਸ਼ਾਦ ਆਜੋ ਤੁਸੀਂ ਆਜੋ ਜਾਚਕ ਜੀ ਕਿਉਂਕਿ ਭੋਗਲ ਸਾਹਿਬ ਸਾਡੇ ਬਹੁਤ ਵਧੀਆ ਕਵੀ ਨੇ ਇੱਥੇ ਔਰ ਇਹ ਹਮੇਸ਼ਾ ਹਰ ਟੌਪਿਕ ਤੇ ਬਹੁਤ ਵਧੀਆ ਲਿਖਦੇ ਨੇ। वाह जी वाह बहुत बहुत आनंद आया इन्हां दी कविता सुन के। हाँ जी ते कोमल जी ते अपना सरबजीत सिंह जी जिवें इन्हां ने कलम दी गल कीती ना मेरे भी मन दे विच रीझ आ भी एक दो बंद मैं साझे कर लवां। इरशाद जी इरशाद के भाई नंद लाल जी जिहड़े ने गुरु दरबार दे बहुत महान कवि होए ने जिन्हां दी अज भी जो उन्हां ने लिखिया ओ हरमंदर साहब दे विच भी गायन हुंदा हाँ जी। एक दिन भाई नंद लाल जी गुरु गोबिंद सिंह महाराज दे चरनां च बैठे ने ते कुछ कह रहे ने ते पातशाह कुछ बख्शिशां कर रहे ने। सिर्फ दो बंद कहन जा रहे हैं सरवण करियो कि एक दिन गुरां नूं के नंद लाल जी ने मेरा तेग चलाउण नूं जी करदा
ਇੱਕ ਦਿਨ ਗੁਰਾਂ ਕੇ ਨੰਦ ਲਾਲ ਜੀ ਨੇ ਆ ਮੇਰਾ ਤੇਗ ਚਲਾਉਣ ਨੂੰ ਜੀ ਕਰਦਾ ਦੁਸ਼ਮਣ ਦਲਾਂ ਦੇ ਕਰਕੇ ਦੰਦ ਖੱਟੇ ਦਿਨੇ ਤਾਰੇ ਵਿਖਾਉਣ ਨੂੰ ਜੀ ਕਰਦਾ ਹੱਥ ਵਿੱਚ ਕਰਦੀ ਥਾਂ ਹੁਣ ਤੇਗ ਫੜ ਕੇ ਆ ਭੜਥੂ ਜੰਗ ਵਿੱਚ ਪਾਉਣ ਨੂੰ ਜੀ ਕਰਦਾ ਤੇ ਖਾਤਰ ਧਰਮ ਦੀ ਹੋਵਾਂ ਕੁਰਬਾਨ ਮੈਂ ਵੀ ਆਪਾਂ ਘੋਲ ਘਮਾਉਣ ਨੂੰ ਜੀ ਕਰਦਾ ਤੇ ਪਾਤਸ਼ਾਹ ਕੀ ਬਖਸ਼ਿਸ਼ਾਂ ਕਰਦੇ ਨੇ ਦਰਸ਼ਨ ਕਰੀਏ ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ ਕਿਆ ਬਾਤ ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ ਮੁਰਦਾ ਰੂਹਾਂ 'ਚ ਪਾਉਂਦੀ ਏ ਜਾਨ ਜਿਹੜੀ ਤੇਰੀ ਕਲਮ ਚੁੰਮਾ ਵਾਰ-ਵਾਰ ਚੰਨਾ ਜਾਚਕ ਤਿੱਖੀ ਤਲਵਾਰ ਦੀ ਧਾਰ ਨਾਲੋਂ ਤਿੱਖੀ ਹੁੰਦੀ ਏ ਕਲਮ ਦੀ ਧਾਰ ਚੰਨਾ ਉਹ ਤਖਤੋਂ ਤਾਜ ਪਲਟਾ ਕੇ ਰੱਖ ਦਿੰਦੀ ਐਸੀ ਹੁੰਦੀ ਏ ਕਲਮ ਦੀ ਮਾਰ ਚੰਨਾ ਕਿਆ ਬਾਤ ਹੈ ਤਖਤੋਂ ਤਾਜ ਪਲਟਾ ਕੇ ਰੱਖ ਦਿੰਦੀ ਐਸੀ ਹੁੰਦੀ ਏ ਕਲਮ ਦੀ ਮਾਰ ਚੰਨਾ ਇਹ ਕਵੀਆਂ ਨੂੰ ਬਖਸ਼ਿਸ਼ਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਾਂਜੀ ਸਰਬਜੀਤ ਸਿੰਘ ਜੀ ਹਾਂਜੀ ਬਹੁਤ ਵਧੀਆ ਤੁਸੀਂ ਜਿਹੜਾ ਉਹਨਾਂ ਭੋਗਲ ਸਾਹਿਬ ਨੇ ਕਵਿਤਾ ਕਹੀ ਸੀ ਉਹਦਾ ਤੁਸੀਂ ਜਿਹੜਾ ਦਿੱਤਾ ਸਪਲੀਮੈਂਟ ਵੀ ਤੇ ਆਪਾਂ ਗੱਲ ਕਰਦੇ ਕਾਲ ਆ ਗਈ ਆਪਾਂ ਕਾਲ ਲੈ ਲਈ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਜੀ ਮਨਦੀਪ ਕੌਰ ਪੰਡਾਲ ਹਾਂਜੀ ਮਨਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਅੱਜ ਦੇ ਗੈਸਟ ਨੇ ਉਹਨਾਂ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਸੁਣ ਰਹੇ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਮਨਦੀਪ ਜੀ ਅੱਜ ਹਾਂਜੀ KTV ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਅੱਜ ਕਵਿਤਾ ਲਿਖੀ ਆ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ ਦੇ ਉੱਤੇ ਹਾਂਜੀ ਲੇਟੈਸਟ ਇਰਸ਼ਾਦ ਜੀ ਆ ਜਾਓ ਉਹ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ ਹਾਂਜੀ ਸੁਣੋ ਜੀ ਜੰਮਿਆ ਚੜ੍ਹ ਸਿੰਘ 1732 ਦੁਨਿਆਵੀ ਸਫ਼ਰ ਸੀ 38 ਸਾਲ ਪੂਰਾ ਪੁੱਤਰ ਵੱਡਾ ਸੀ ਸਰਦਾਰ ਨੌ ਸਿੰਘ ਦਾ ਇੱਕ ਡਾਗਿਆ ਸੀ ਮੁਗਲਾਂ ਦੇ ਨਾਲ ਪੂਰਾ ਕਿਆ ਬਾਤ ਸ਼ੁਕਰ ਚੱਕ ਮਿਸਲ ਦਾ ਸੀ ਹੈਡ ਪਹਿਲਾ ਲੋਕੋ ਕਰਨੀਆਂ ਉਸਦੀਆਂ ਫੇਰ ਗੱਲਾਂ ਢਾਲ ਪੰਜਾਬ ਦੀ ਰਿਹਾ ਸੀ ਉਹ ਜ਼ੈਡ ਬਣ ਕੇ ਚੜ੍ਹਦੀ ਉਮਰੇ ਮਾਰੀਆਂ ਸੀ ਫੇਰ ਮੱਲਾਂ ਕਿਆ ਬਾਤ ਹੋਇਆ ਚੜ੍ਹ ਸਿੰਘ ਨਿਸ਼ਾਨੇ ਦਾ ਪੱਕਾ ਧਨੀ ਹੌਸਲੇ ਵੈਰੀਆਂ ਦੇ ਜੰਗ ਵਿੱਚ ਤੋੜ ਦਿੰਦਾ ਮਾਰੇ ਖਿੱਚ ਕੇ ਨਿਸ਼ਾਨੇ ਸਿੱਧੇ ਮੂੰਹ ਵਿੱਚ ਸੀ ਜਰਨੈਲ ਜ਼ਾਲਮਾਂ ਦੇ ਦੰਦ ਖਾਏ ਜੋੜ ਦਿੰਦਾ ਕਿਆ ਬਾਤ ਫੂਕ ਕੱਢ ਦਿੱਤੀ ਸੀ ਪਹਾੜੇ ਦੇ ਗਿਰਜਿਆਂ ਦੀ ਲੋਕੋ ਕੰਮ ਨਾ ਆਏ ਖਾਦੇ ਹੋਏ ਬੱਕਰੇ ਵੀ ਜ਼ੁਲਮ ਟੱਪ ਕੇ ਸੀ ਸਰ ਬੁਲੰਦ ਪੜਿਆ ਬੰਦੀ ਬਣਾ ਲਿਆ ਸੀ ਚੜ੍ਹ ਸਿੰਘ ਟੱਕਰੇ ਸੀ ਕਿਆ ਬਾਤ ਤਾਰੀਖ ਪੰਜਾਬ ਦੀ ਲਿਖੀ ਗੁਜਰਾਂ ਵਾਲਿਆਂ ਨੇ ਵਾਰਸ ਛਾ ਗਿਆ ਸ਼ੇਰੇ ਪੰਜਾਬ ਬਣ ਕੇ ਮਿਸਲਾਂ ਚਿਣ ਦਿੱਤੀਆਂ ਇੱਕ ਸੋਚ ਦੇ ਉੱਤੇ ਮਾਨੇ ਫੁੱਲ ਬਰਸਾਏ ਸੀ ਗੁਲਾਬ ਜਣ ਕੇ ਕਿਆ ਬਾਤ ਲਿਖਿਆ ਦਾਦੇ ਪੋਤੇ ਨੇ ਇਤਿਹਾਸ ਰੰਗਲਾ ਭਾਈ ਸ਼ਾਹ ਜਮਾਨ ਨੂੰ ਲਲਕਾਰ ਗੱਡ ਕੇ ਆ ਗਿਆ ਪੋਤਾ ਚੜ੍ਹ ਸਿੰਘ ਸੂਰਮੇ ਦਾ ਕਿੱਥੇ ਜਾਏਗਾ ਦੁਸ਼ਮਣਾ ਬੰਗਾਰ ਛੱਡ ਕੇ ਕਿਆ ਬਾਤ ਜਿੱਤੇ ਕਸੂਰ ਗੁਜਰਾਂ ਵਾਲਾ ਰਤਾਸ ਅੜ ਕੇ ਰਾਖ ਖਾਲਸੇ ਦੇ ਕੱਢਤੇ ਸੀ ਤਾਜ ਵੱਲ ਨੂੰ ਚਾਰੇ ਅਹਿਮਦ ਸ਼ਾਹ ਅਬਦਾਲੀ ਦੇ ਸਾਹ ਉੱਤੇ ਸਾਹਮਣਾ ਪੋਤੇ ਸੀ ਪੰਜਾਬ ਦਾ ਰਾਜ ਕੱਲ ਨੂੰ ਕਿਆ ਬਾਤ ਨਾਮ ਚਮਕਦਾ ਚੰਨ ਚੜ੍ਹ ਸਿੰਘ ਦਾ ਗੱਲਾਂ ਹੁੰਦੀਆਂ ਨੇ ਦੁਨੀਆ ਤੇ ਰੱਜ ਤੇਰੀਆਂ ਲਫ਼ਜ਼ ਮੁੱਕ ਗਏ ਨੇ ਦੀਪ ਕਰਦਾਰ ਬੋਲਦਾ ਹੁਣ ਜਵਾਨੀ ਨੂੰ ਆਉਂਦੀਆਂ ਨੇ ਅੱਜ ਨੇਰੀਆਂ ਕਿਆ ਬਾਤ ਹੈ ਮਨਦੀਪ ਜੀ ਥੈਂਕ ਯੂ ਵੈਰੀ ਮਚ ਵਾਕਈ ਬਹੁਤ ਵਧੀਆ ਤੁਸੀਂ ਕਹਿ ਕੇ ਗਏ ਹੋ ਥੈਂਕ ਯੂ ਤੁਹਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦਾ ਜਿਉਂਦੇ ਵਸਦੇ ਰਹੋ ਜਾਚਕ ਜੀ ਇਹ ਵੀ ਸਾਡੇ ਕਹਿੰਦੇ ਯੰਗ ਰਾਈਟਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਤੁਸੀਂ ਜਿਹੜੇ ਯੰਗ ਕਵੀ ਸੀ ਉਹਨਾਂ ਦੀ ਕਿਤਾਬਾਂ ਨੂੰ ਐਡਿਟ ਕੀਤਾ ਹੈ ਇਹ ਵੀ ਸਾਡੇ ਇੱਕ ਯੰਗ ਕਵੀ ਨੇ ਬਹੁਤ ਵਧੀਆ ਲਿਖਦੇ ਨੇ ਔਰ ਇਹ ਸਾਡੇ ਇੱਥੇ ਦੀ ਧਰਤੀ ਤੇ ਰਹਿੰਦੇ ਨੇ ਇਹ ਵੀ ਜਾਚਕ ਜੀ ਆਪਾਂ ਗੱਲ ਕਰ ਰਹੇ ਸੀ ਤੁਹਾਡੇ ਨਾਲ
ਤੁਸੀਂ ਹਮੇਸ਼ਾ ਗੱਲ ਕੀਤੀ ਹੈ ਗੁਰਮਤਿ ਸਿਧਾਂਤਾਂ ਦੀ, ਇਹਦੇ ਬਾਰੇ ਵੀ ਸਾਡੀ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਨਾਲ ਕੋਈ ਆਪਣੀ ਜਿਹੜੀ ਇਹ ਕਵਿਤਾ ਲਿਖੀ ਹੈ ਗੁਰਮਤਿ ਸਿਧਾਂਤ ਬਾਰੇ ਜਾਂ ਉਹਨਾਂ ਨਾਲ ਸਾਡੇ ਸਾਂਝ ਪਾਉਂਗੇ? ਮੈਂ ਗੁਰਮਤਿ ਸਿਧਾਂਤਾਂ ਬਾਰੇ 2-4 ਬੰਦ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂਜੀ ਆਪਣੇ ਸਾਰੇ ਸੁਣਨਾ ਜਨਾਂ ਦੇ ਨਾਲ। ਇਰਸ਼ਾਦ ਜੀ। ਤੇ ਆਪਣੀ ਸਭ ਤੋਂ ਵੱਡੀ ਗੱਲ ਜਿਹੜੀ ਹੈ, ਦੇਖੋ ਸਿੱਖੀ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ 5 ਕਕਾਰ ਦਿੱਤੇ ਨੇ ਤੇ ਕੇਸਾਂ ਦੀ ਮਹਾਨਤਾ ਬਹੁਤ ਵੱਡੀ ਹੈ। ਵਾਕਈ। ਤੇ ਮੈਂ ਬੜੀ ਵੱਡੀ ਇੱਕ ਕਵਿਤਾ ਮੇਰੀ ਕੇਸਾਂ ਦੀ ਮਹਾਨਤਾ ਦੀ ਸੀ, ਪਰ ਉਹਨਾਂ ਵਿੱਚੋਂ ਇੱਕ ਬੰਦ ਮੈਂ ਸੁਣਾ ਰਿਹਾ ਕਿਉਂਕਿ ਅਸੀਂ ਆਪਣਾ ਇਤਿਹਾਸ ਤੋਂ ਸੇਧ ਲੈਣੀ ਹੈ। ਤੇ ਸਰਬਜੀਤ ਸਿੰਘ ਜੀ, ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਜਿਹੜੀਆਂ ਕੌਮਾਂ ਆਪਣੇ ਪਾਵਨ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਨਾ, ਉਹ ਕੌਮਾਂ ਸੰਸਾਰ ਦੇ ਨਕਸ਼ੇ ਤੋਂ ਨੇਸ ਤੋਂ ਨਾਬੂਦ ਹੋ ਜਾਇਆ ਕਰਦੀਆਂ ਨੇ। ਇਸ ਕਰਕੇ ਮੈਂ ਇੱਕ ਬੰਦ ਰਹੀ ਹਾਜ਼ਰੀ ਲਗਵਾ ਰਿਹਾ। ਭਾਈ ਤਾਰੂ ਸਿੰਘ ਦਰਸ਼ਨ ਕਰੀਏ ਆਪਾਂ ਸਾਰੇ ਰਲ ਮਿਲ ਕੇ ਕਿ ਤਾਰੂ ਸਿੰਘ ਨੂੰ ਜ਼ਕਰੀਏ ਆਖਿਆ ਸੀ, ਓਏ ਕਹਿਣਾ ਮਨ ਤੂੰ ਹੋ ਸੁਚੇਤ ਮੇਰਾ, ਕਿਆ ਬਾਤ। ਆ ਸਿੱਖੀ ਰੂਪ ਤਿਆਗ ਦੇ ਸਦਾ ਦੇ ਲਈ, ਇਸੇ ਵਿੱਚ ਤੇਰਾ ਤੇ ਹੇਤ ਮੇਰਾ, ਅੱਗੇ ਸਿੰਘ ਨੇ ਗੋਲ ਲਲਕਾਰ ਕੇ ਤੇ ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ, ਓਏ ਕੱਲੇ ਕੇਸੇ ਕਤਲ ਨਹੀਂ ਹੋ ਸਕਣੇ, ਲਾਲਾ ਖੋਪਰ ਤੂੰ ਕੇਸਾਂ ਸਮੇਤ ਮੇਰਾ। ਕਿਆ ਬਾਤ ਹੈ ਜੀ। ਕੱਲੇ ਕੇਸੇ ਕਤਲ ਨਹੀਂ ਹੋ ਸਕਣੇ ਜ਼ਾਲਿਮਾ, ਲਾਲਾ ਖੋਪਰ ਤੂੰ ਕੇਸਾਂ ਸਮੇਤ ਮੇਰਾ। 2 ਥੰਮ ਨੇ ਸਰਬਜੀਤ ਸਿੰਘ ਜੀ ਗੁਰਮਤ ਦੇ ਸਿੱਖੀ ਦੇ, ਇੱਕ ਹੈ ਸੇਵਾ ਤੇ ਇੱਕ ਹੈ ਸਿਮਰਨ। ਤੋਂ ਮੈਂ ਦੋਨਾਂ ਦੀ ਗੱਲ ਜ਼ਰੂਰ ਕਰਨਾ ਚਾਹਾਂਗਾ ਇੱਕ ਇੱਕ ਬੰਦ ਦੇ ਵਿੱਚ। ਹਾਂਜੀ ਇਰਸ਼ਾਦ ਜੀ। ਇਹ ਸੇਵਾ ਪ੍ਰਭੂ ਵੱਲ ਜਾਣ ਦੀ ਹੈ, ਪੌੜੀ ਕਰਨੀ ਪੈਂਦੀ ਹੈ ਨਾਲ ਧਿਆਨ ਸੇਵਾ। ਤੇ ਹੱਥ ਪੈਰ ਅਪਵਿੱਤਰ ਉਹ ਗਿਣੇ ਜਾਵਣ ਜਿਹੜੇ ਕਰਦੇ ਨਹੀਂ ਵਿੱਚ ਜਹਾਨ ਸੇਵਾ। ਜਿਹੜੀ ਆਤਮਾ ਤਾਈ ਆਨੰਦ ਦੇਵੇ, ਮੁੱਲ ਮਿਲਦੀ ਨਹੀਂ ਕਿਸੇ ਦੁਕਾਨ ਸੇਵਾ। ਤੇ ਸ਼ਮਾ ਸੇਵਾ ਦੀ ਸਦਾ ਹੀ ਰਹੇ ਜਗਦੀ, ਜਾਚਕ ਕਰੇ ਬਣ ਕੇ ਸ਼ਮਾਦਾਨ ਸੇਵਾ। ਕਿਆ ਬਾਤ। ਇੱਕ ਗੱਲ ਜੋ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ, ਗੁਰੂ ਸਾਹਿਬਾਨ ਨੇ, ਸਰਬਜੀਤ ਸਿੰਘ ਜੀ ਸਰੋਤਾ ਜਨੋ, ਗੁਰੂ ਸਾਹਿਬਾਂ ਨੇ ਸਿਮਰਨ ਤੇ ਜ਼ੋਰ ਦਿੱਤਾ, ਸਾਡੇ ਜੀਵਨ ਦਾ ਹੈ ਆਧਾਰ ਸਿਮਰਨ। ਗੁਰੂ ਸਾਹਿਬਾਂ ਨੇ ਇਹ ਗੁਰਮਤ ਦਾ ਸਿਧਾਂਤ ਹੈ, ਥੰਮ ਹੈ ਸਿਮਰਨ ਸਾਡਾ। ਗੁਰੂ ਸਾਹਿਬਾਂ ਨੇ ਸਿਮਰਨ ਤੇ ਜ਼ੋਰ ਦਿੱਤਾ ਹੈ, ਸਾਡੇ ਜੀਵਨ ਦਾ ਹੈ ਆਧਾਰ ਸਿਮਰਨ। ਆ ਸਬਰ ਸਿਦਕ ਨਾਲ ਸਿਮਰਨ ਨੇ ਜੋ ਕਰਦੇ ਦਿੰਦਾ ਲੋਕ ਪਰਲੋਕ, ਸੁਹਾਰ ਸਿਮਰਨ ਹਉਮੈ ਅਤੇ ਦਵੈਤ ਦੇ ਭਾਂਬੜਾਂ ਨੂੰ ਕਰ ਦਿੰਦਾ ਹੈ ਠੰਡੜਾ। ਖਾਰ ਸਿਮਰਨ ਤੇ ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਜਿੱਥੇ ਕਰਦਾ ਹੈ ਸਾਰਾ ਪਰਿਵਾਰ ਸਿਮਰਨ। ਵਾਕਈ ਵਾਹ। ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਜਿੱਥੇ ਕਰ ਨਸ਼ੇੜੀਆਂ ਦੇ ਘਰ ਤੇ ਨਰਕ ਬਣੇ ਹੀ ਰਹਿੰਦੇ ਨੇ, ਬਟ ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਜਿੱਥੇ ਕਰਦਾ ਹੈ ਸਾਰਾ ਪਰਿਵਾਰ ਸਿਮਰਨ। ਕਿਆ ਬਾਤ ਹੈ ਜੀ। ਗੁਰੂ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਜੋ ਜੁਗੋ ਜੁਗ ਅਟਲ ਨੇ। ਇੱਕ ਗੱਲ ਉਹਨਾਂ ਦੀ ਕਰਾਂਗਾ, ਹਾਂਜੀ, ਇਹ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ, ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ। ਵਾਹਿਗੁਰੂ। ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ, ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ। ਸਦਾ ਉਤੋੜ ਤੇ ਆਸਰਾ ਅਸੀਂ ਲੈਂਦੇ, ਦੀਨ ਦਿਆਲ ਨੇ ਗੁਰੂ ਗ੍ਰੰਥ ਸਾਹਿਬ। ਕਈ ਸਦੀਆਂ ਤੋਂ ਸਾਡੀ ਅਗਵਾਈ ਕਰ ਰਹੇ, ਹਰਦਮ ਨਾਲ ਨੇ ਗੁਰੂ ਗ੍ਰੰਥ ਸਾਹਿਬ। ਤੇ ਜੁਗੋ ਜੁਗ ਜੋ ਸਦਾ ਅਟਲ ਰਹਿਣੇ, ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ। ਕਾਲ ਤੋਂ ਰਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਾਗਤ ਜੋਤ ਸਾਡੇ ਗੁਰੂ। ਆਓ ਜੀ ਅੱਗੇ ਕੀ ਹੁਕਮ ਹੈ ਸਰਬਜੀਤ ਸਿੰਘ ਜੀ। ਹਾਂਜੀ ਚਾਚਾ ਜੀ, ਆਪਾਂ ਕਾਲ ਲੈ ਲਈ, ਉਸ ਤੋਂ ਬਾਅਦ ਗੱਲ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ? ਮੈਂ ਕੁਲਵੰਤ ਕੌਰ ਢਿੱਲੋਂ ਬੋਲਦੀ ਹਾਂ ਜੀ, ਲੰਡਨ ਤੋਂ। ਆਂਟੀ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਇਸ ਪ੍ਰੋਗਰਾਮ ਵਿੱਚ। ਥੈਂਕ ਯੂ। ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਹਰੀ ਸਿੰਘ ਜਾਚਕ ਜੀ ਨੂੰ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੀ ਹਾਂ। ਹਾਂਜੀ, ਤੁਹਾਨੂੰ ਸੁਣ ਰਹੇ ਜੀ ਉਹ। ਹਾਂਜੀ, ਬਹੁਤ ਦੇਰ ਤੋਂ ਉਹਨਾਂ ਦੇ
ਦੀਆਂ ਰਚਨਾਵਾਂ ਸੁਣਦੇ ਰਹੇ ਆ। ਹਾਂਜੀ ਤੇ ਅੱਜ ਦੀ ਜਿਹੜੀ ਮੇਰੀ ਕਵਿਤਾ ਹੈ ਉਹ ਹੈ, ਅੱਜ ਦੀ ਮੇਰੀ ਕਵਿਤਾ ਹੈ ਹਾਂਜੀ ਉਹ ਅੱਜ ਦੇ ਅੰਤਰਰਾਸ਼ਟਰੀ ਜਿਹੜਾ ਬੋਲੀ ਦਿਹਾੜਾ ਉਹਦੇ ਤੇ ਹੈ। ਹਾਂਜੀ ਆ ਜਾਓ ਜੀ। ਕਵਿਤਾ ਮੇਰੀ ਮੈਨੂੰ ਕਹਿੰਦੀ, ਕਵਿਤਾ ਮੇਰੀ ਮੈਨੂੰ ਕਹਿੰਦੀ ਚੰਦਰੀਏ, ਮਾਂ ਦੇ ਗਰਭ 'ਚ ਹੀ ਤੂੰ ਮਾਂ ਬੋਲੀ ਦਾ ਅਹਿਸਾਸ ਮਹਿਸੂਸਿਆ। ਆਹਾ ਕਵਿਤਾ ਮੇਰੀ ਮੈਨੂੰ ਕਹਿੰਦੀ ਚੰਦਰੀਏ, ਮਾਂ ਦੇ ਗਰਭ 'ਚ ਹੀ ਤੂੰ ਮਾਂ ਬੋਲੀ ਦਾ ਅਹਿਸਾਸ ਮਹਿਸੂਸਿਆ। ਉਹ ਬੋਲ ਦੁੱਖ ਸੁੱਖ ਦੀਆਂ ਸਾਂਝਾਂ ਜੋ ਆਪਣੀ ਕੁੱਖ ਨੂੰ ਪਲੋਸਦਿਆਂ, ਜੋ ਆਪਣੀ ਕੁੱਖ ਨੂੰ ਪਲੋਸਦਿਆਂ ਤੇਰੇ ਨਾਲ ਉਸ ਕੀਤੀਆਂ ਸਾਂਝੀਆਂ। ਕਵਿਤਾ ਮੇਰੀ ਮੈਨੂੰ ਕਹਿੰਦੀ ਚੰਦਰੀਏ, ਜਦ ਤੂੰ ਜਨਮੀ ਕਿਹੜੇ ਮੋਹ ਭਰੇ ਬੋਲਾਂ ਨਾਲ ਅੰਮੀ ਨੇ ਤੈਨੂੰ ਸੀਨੇ ਨਾਲ ਲਾਇਆ। ਜਦ ਤੂੰ ਜਨਮੀ ਕਿਹੜੇ ਮੋਹ ਭਰੇ ਬੋਲਾਂ ਨਾਲ ਅੰਮੀ ਨੇ ਤੈਨੂੰ ਸੀਨੇ ਨਾਲ ਲਾਇਆ। ਬਾਪੂ ਨੇ ਲਾਡੋ ਕਹਿ ਮੱਥਾ ਚੁੰਮਿਆ, ਕਿਹੜੇ ਬੋਲਾਂ ਨਾਲ ਭੂਆ ਨੇ ਗੁੜਤੀ ਦਿੱਤੀ। ਕਵਿਤਾ ਮੇਰੀ ਮੈਨੂੰ ਕਹਿੰਦੀ ਚੰਦਰੀਏ, ਬਚਪਨ 'ਚ ਗੀਟੇ ਪੀਚੋ ਬੱਕਰੀ ਖੋ ਖੋ ਖੇਡਦਿਆਂ ਕਿੱਕਲੀ ਕਲੀਰ ਦੀ ਕਿਹੜੇ ਬੋਲਾਂ 'ਚ ਪਾਈ। ਵੀਰੇ ਨਾਲ ਬੈਠ ਫੱਟੀ ਤੇ ਕਲਮ ਦਵਾਤ ਨਾਲ ਕਿਹੜੇ ਅੱਖਰ ਲਿਖੇ। ਚੰਦਰੀਏ, ਕਵਿਤਾ ਮੇਰੀ ਮੈਨੂੰ ਕਹਿੰਦੀ ਜਵਾਨੀ 'ਚ ਸੌਣ ਦੀਆਂ ਤੀਆਂ 'ਚ ਪਾਈਆਂ ਗਿੱਧੇ ਦੀਆਂ ਬੋਲੀਆਂ। ਜਵਾਨੀ 'ਚ ਸੌਣ ਦੀਆਂ ਤੀਆਂ 'ਚ ਪਾਈਆਂ ਗਿੱਧੇ ਦੀਆਂ ਬੋਲੀਆਂ, ਵਿਆਹ 'ਚ ਗਾਏ ਸੁਹਾਗ ਤੇ ਘੋੜੀਆਂ ਕਿਹੜੀ ਬੋਲੀ ਵਿੱਚ। ਕਿਆ ਬਾਤ। ਕਵਿਤਾ ਮੇਰੀ ਮੈਨੂੰ ਕਹਿੰਦੀ ਚੰਦਰੀਏ, ਗੁਰੂਆਂ ਪੀਰਾਂ ਭਗਤਾਂ ਫਰੀਦਾਂ ਬੁੱਲੇ ਸ਼ਾਹ ਵਾਰਿਸ ਦਮੋਦਰ ਦੇ ਕਿੱਸੇ ਤੇਰੇ ਤਾਂ ਸਾਹਾਂ ਨਾਲ ਵਿਚਰਦੇ ਰਹੇ। ਕਵਿਤਾ ਮੇਰੀ ਮੈਨੂੰ ਕਹਿੰਦੀ ਉੱਠ ਫਿਕਰ ਕਰ, ਉੱਠ ਫਿਕਰ ਕਰ, ਮਾਂ ਬੋਲੀ ਦਾ ਕਰਜ਼ ਹੀ ਤੇਰਾ ਫਰਜ਼ ਹੈ। ਉੱਠ ਫਿਕਰ ਕਰ, ਮਾਂ ਬੋਲੀ ਦਾ ਕਰਜ਼ ਹੀ ਤੇਰਾ ਫਰਜ਼ ਹੈ। ਪੁੱਛ ਆਪਣੀਆਂ ਬੱਚੀਆਂ ਨੂੰ, ਗਰਭ 'ਚ ਪਲ ਰਹੇ ਬੱਚੇ ਦੀ ਮਾਂ ਬੋਲੀ ਕੀ ਹੋਵੇਗੀ। ਪੁੱਛ ਆਪਣੀਆਂ ਬੱਚੀਆਂ ਨੂੰ, ਗਰਭ 'ਚ ਪਲ ਰਹੇ ਬੱਚੇ ਦੀ ਮਾਂ ਬੋਲੀ ਕੀ ਹੋਵੇਗੀ। ਮੇਰਾ ਭੋਲੂ, ਮੇਰੀ ਲਾਡੋ ਜਾਂ ਮੋਹ ਭਰੀ ਚਿੜਕ ਮਰ ਜਾਣਿਆ ਡੁੱਬ ਜਾਣੀਏ ਕਿਤੇ ਗਵਾਚ ਤਾਂ ਨਹੀਂ ਜਾਣਗੇ। ਕਵਿਤਾ ਮੇਰੀ ਮੈਨੂੰ ਕਹਿੰਦੀ ਚੰਦਰੀਏ, ਸਭ ਬੋਲੀਆਂ ਦਾ ਸਤਿਕਾਰ ਕਰਦੇ ਆਪਣੇ ਦਾ ਕਰੀਏ ਪਿਆਰ। ਸਭ ਬੋਲੀਆਂ ਦਾ ਸਤਿਕਾਰ ਕਰਦੇ ਆਪਣੇ ਦਾ ਕਰੀਏ ਪਿਆਰ। ਮੇਰੇ ਬੱਚਿਓ, ਮੇਰੇ ਬੱਚਿਆਂ ਦੇ ਬੱਚਿਓ, ਮੇਰੇ ਬੱਚਿਓ, ਮੇਰੇ ਬੱਚਿਆਂ ਦੇ ਬੱਚਿਓ, ਇਹ ਮਾਂ ਦਾ ਕਰਜ਼ ਤੁਸੀਂ ਚੁਕਾਉਣਾ। ਇਹ ਮਾਂ ਦਾ ਕਰਜ਼ ਤੁਸੀਂ ਚੁਕਾਉਣਾ ਹੈ। ਇਹ ਕਲਮ ਤੁਹਾਡੀ ਹੈ, ਇਹ ਕਲਮ ਤੁਹਾਡੀ ਹੈ, ਇਹ ਸ਼ਬਦ ਤੁਹਾਡੇ ਨੇ। ਇਹ ਕਲਮ ਤੁਹਾਡੀ ਹੈ, ਇਹ ਸ਼ਬਦ ਤੁਹਾਡੇ ਨੇ, ਇਹ ਬੋਲੀ ਤੁਹਾਡੀ ਹੈ, ਇਹ ਵਿਰਸਾ ਤੁਹਾਡਾ ਹੈ। ਇਹ ਬੋਲੀ ਤੁਹਾਡੀ ਹੈ, ਇਹ ਵਿਰਸਾ ਤੁਹਾਡਾ ਹੈ। ਕਵਿਤਾ ਮੇਰੀ ਮੈਨੂੰ ਕਹਿੰਦੀ ਮਾਂ ਬੋਲੀ ਦਾ ਕਰਜ਼ ਹੀ ਸਾਡਾ ਫਰਜ਼ ਹੈ। ਮਾਂ ਬੋਲੀ ਦਾ ਕਰਜ਼ ਹੀ ਸਾਡਾ ਫਰਜ਼ ਹੈ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਜਾਚਕ ਜੀ, ਇਹ ਸਾਡੇ ਕੁਲਵੰਤ ਕੌਰ ਢਿੱਲੋਂ ਭੈਣ ਜੀ ਹੋਣੀ ਹੈ, ਜਿਹੜੇ ਕਿ ਸਾਡੇ ਇੱਥੇ ਇੰਗਲੈਂਡ ਦੀ ਧਰਤੀ 'ਤੇ ਰਹਿੰਦੇ, ਬੜੇ ਸਤਿਕਾਰਯੋਗ ਨੇ। ਇਹ ਬਹੁਤ ਵਧੀਆ ਲਿਖਦੇ ਨੇ ਔਰ ਹਮੇਸ਼ਾ ਇਹਨਾਂ ਦਾ ਆਸ਼ੀਰਵਾਦ ਮੇਰੇ ਸਿਰ 'ਤੇ ਰਿਹਾ। ਸੋ ਮੈਂ ਬੜਾ ਰਿਣੀ ਇਹਨਾਂ ਦਾ ਵੀ ਕਿ ਮੈਨੂੰ ਇੰਨਾ ਪਿਆਰ ਦਿੰਦੇ ਨੇ। ਜਾਚਕ ਜੀ, ਆਪਾਂ ਤੁਸੀਂ ਗੱਲ ਕੀਤੀ ਸੀ ਵੀ ਜੇ ਕੌਮ ਦਾ ਇਤਿਹਾਸ ਨਹੀਂ ਹੁੰਦਾ ਉਹ ਕੌਮ ਨਕਸ਼ੇ ਤੋਂ ਹਟ ਜਾਂਦੀ ਹੈ। ਉਹੀ ਤੁਹਾਡੀ ਗੱਲ ਬਿਲਕੁਲ ਸੱਚੀ ਹੈ। ਕਹਿੰਦੇ ਜਿਸ कौम का इतिहास नहीं होता उस कौम का नामो निशान नहीं होता। सो वाकई ਗੱਲ ਸੱਚੀ ਹੈ। ਜਿਸ ਕੌਮ ਦਾ ਇਤਿਹਾਸ ਨਹੀਂ ਹੈਗਾ ਉਹ ਕੌਮ ਕਦੀ ਵੀ ਅੱਗੇ ਵਧ ਨਹੀਂ ਸਕਦੀ। ਲੇਕਿਨ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਜਿਹੜਾ ਸਾਡਾ ਇਤਿਹਾਸ ਹੈ ਇਹ ਅਮਰ ਹੈ, ਇਹਨੂੰ ਕੋਈ ਨਹੀਂ ਮਿਟਾ ਸਕਦਾ। ਜਿੰਨੀਆਂ ਮਰਜ਼ੀ ਜ਼ੋਰ ਲਾ ਲੈਣ ਸਰਕਾਰਾਂ, ਜੋ ਮਰਜ਼ੀ ਕਰ ਲੈ, ਲੇਕਿਨ ਜਿਹੜਾ ਸਾਡਾ ਇਤਿਹਾਸ ਹੈ ਔਰ ਸਾਡੀ ਜਿਹੜੀ ਇਹ ਸਿੱਖੀ ਕੌਮ ਹੈ ਇਹ ਅਮਰ ਹੈ। ਸੋ ਜਾਚਕ ਜੀ, ਆਪਣੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ, ਲੇਕਿਨ ਮੈਂ ਚਾਹਾਂਗਾ ਵੀ ਜ਼ਰੂਰ ਤੁਸੀਂ ਆਪਣੀ ਇੱਕ ਰਚਨਾ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਇਸ ਵੇਲੇ। ਮੈਂ ਇੱਕ ਦੋ ਬੰਦ ਆਪਣੇ ਉਹੀ ਤੁਸੀਂ ਜਿਹੜੇ ਕਹਿੰਦੇ ਹੋ ਲਹੂ ਭਿੱਜਾ ਸਾਡਾ ਇਤਿਹਾਸ ਹੈ। ਹਾਂਜੀ, ਇਹਦੇ ਚ ਆਪਾਂ ਚਾਂਦਨੀ ਚੌਂਕ ਜਿਹੜਾ ਉਹ ਕਦੀ ਨਹੀਂ ਭੁੱਲ ਸਕਦੇ। ਵਾਕਈ ਮੈਂ ਗੱਲ ਕੀਤੀ ਸਰਬਜੀਤ ਸਿੰਘ ਜੀ ਕਿ ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ ਕਰ ਸਕੇ ਨਾ ਮਾਈ ਦਾ ਲਾਲ ਕੋਈ। ਕੀ ਬਾਤ ਹੈ। ਲਾਲ ਗੁਰੂ ਦੇ ਚੌਂਕ ਜਿਉਂ ਲਾਲ ਕਰ ਗਏ
ਕਰ ਸਕੇ ਨਾ ਮਾਈ ਦਾ ਲਾਲ ਕੋਈ, ਆ ਜਿਉਂਦੇ ਜੀ ਸੀ ਸਾੜਿਆ ਗਿਆ ਕੋਈ, ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ, ਵਾਹਿਗੁਰੂ ਗੁਰੂ ਤੇਗ ਤੇ ਤੇਗ ਜਦ ਵਾਰ ਕੀਤਾ ਤੇ ਤਿੰਨਾਂ ਲੋਕਾਂ 'ਚ ਆਇਆ ਭੁਚਾਲ ਕੋਈ। ਉਹ ਜੋ ਕੁਝ ਹੋਇਆ ਸੀ ਚਾਂਦਨੀ ਚੌਕ ਅੰਦਰ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ। ਕੀ ਬਾਤ, ਵਾਹ ਜੀ ਹੋਇਆ ਸੀ ਚਾਂਦਨੀ ਚੌਕ ਅੰਦਰ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ। ਸਰਬਜੀਤ ਸਿੰਘ ਜੀ ਇੱਕ ਹੋਰ ਇਰਸ਼ਾਦ ਜੀ, ਮੇਰਾ ਸੰਸਾਰ ਪ੍ਰਸਿੱਧ ਬੰਦ ਹੈ ਮਾਤਾ ਗੁਜਰੀ ਜੀ ਦਾ, ਮੈਂ ਜ਼ਰੂਰ ਹਾਜ਼ਰੀ ਲਗਵਾਉਣੀ ਚਾਹਾਂਗਾ ਹਾਂਜੀ ਇਰਸ਼ਾਦ ਜੀ, ਕਿ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ। ਉਹ ਨਹੀਂ, ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਆ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ। ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ। ਜਿਹੋ ਜਈ ਗੁਰੂ ਦਸ਼ਮੇਸ਼ ਜੀ ਤੇ ਇਹੋ ਜਈ ਨਹੀਂ ਕਿਸੇ ਤੇ ਛਾਂ ਹੋਣੀ। ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ। ਵਾਹ ਜੀ, ਗੋਬਿੰਦ ਜਿਹਾ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ। ਜੇ ਹੁਕਮ ਕਰੋ ਇੱਕ ਬੰਦ ਸਾਹਿਬਜ਼ਾਦਿਆਂ ਨੂੰ ਇਰਸ਼ਾਦ ਜੀ, ਇਰਸ਼ਾਦ ਕਹਿ ਕੇ ਫਿਰ ਅੱਗੋਂ ਤੁਹਾਡੇ ਇਰਸ਼ਾਦ ਜੀ, ਕਿ ਲੱਖਾਂ ਨਾਲ ਮੁਕਾਬਲੇ ਕਰਕੇ ਤੇ ਲੱਖਾਂ ਨਾਲ ਮੁਕਾਬਲੇ ਕਰਕੇ ਤੇ ਦੋ ਦਸ਼ਮੇਸ਼ ਦੁਲਾਰੇ ਸ਼ਹੀਦ ਹੋਏ। ਕਲਗੀ ਧਰਦੀਆਂ ਅੱਖਾਂ ਦੇ ਸਾਹਮਣੇ ਹੀ ਉਹਦੇ ਅੱਖਾਂ ਦੇ ਤਾਰੇ ਸ਼ਹੀਦ ਹੋਏ। ਲਹੂ ਪੀਣੀ ਸਰਹੰਦ ਦੀ ਕੰਧ ਅੰਦਰ ਦੋ ਪੁੱਤਰ ਪਿਆਰੇ ਸ਼ਹੀਦ ਹੋਏ। ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ। ਚਾਰ ਚੰਨ ਕੁਰਬਾਨੀ ਨੂੰ ਲਾਉਣ ਖਾਤਰ ਲਾਲ ਚਾਰੇ ਦੇ ਚਾਰੇ ਸ਼ਹੀਦ ਹੋਏ। ਤੋ ਇਹ ਸਾਡਾ ਪਾਵਨ ਇਤਿਹਾਸ ਹੈ ਤੇ ਇਸ ਨੂੰ ਅਸਾਂ ਹਮੇਸ਼ਾ ਯਾਦ ਰੱਖਣਾ ਹੈ। ਅੱਗੇ ਜੋ ਹੁਕਮ ਜਾਚਕ ਜੀ, ਗੱਲਾਂ ਬਹੁਤ ਕਰਨੀਆਂ, ਦਿਲ ਬਹੁਤ ਕਰ ਰਿਹਾ ਤੁਹਾਨੂੰ ਸੁਣਨ ਦਾ, ਲੇਕਿਨ ਸਮੇਂ ਸਾਡੇ ਕੋਲ ਬਹੁਤ ਘੱਟ ਹੈ। ਲੇਕਿਨ ਜ਼ਰੂਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਇੱਕ ਵਾਰ ਫਿਰ ਅਸੀਂ ਆਪਣੇ ਸਰੋਤਿਆਂ ਦੇ ਰੂਬਰੂ ਜ਼ਰੂਰ ਕਰਾਂਗੇ ਔਰ ਉਸ ਵੇਲੇ ਜਿਹੜੀਆਂ ਤੁਹਾਡੀਆਂ ਆਪਣੀਆਂ ਗੱਲਾਂ ਰਹਿ ਗਈਆਂ ਇਹ ਆਪਾਂ ਸਰੋਤਿਆਂ ਨਾਲ ਸਾਂਝੀ ਜ਼ਰੂਰ ਕਰਾਂਗੇ। ਹੁਣ ਤੁਸੀਂ ਆਖਰੀ 1 ਮਿੰਟ ਵਿੱਚ ਜੇ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਆਪਣੇ ਵੱਲੋਂ ਫਤਿਹ ਬੁਲਾਉਣਾ ਚਾਹੁੰਦੇ ਹੋ, ਬੁਲਾ ਲਓ। ਹਾਂ, ਮੈਂ ਇਸ ਤਰ੍ਹਾਂ ਹੀ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਜਿਹੜੀਆਂ ਸਾਡੀਆਂ ਸਟੇਜਾਂ ਦੇ ਜਿਹੜੇ ਕਵੀ ਨੇ ਨਾ, ਖਾਸ ਤੌਰ ਤੇ ਬੈਂਤ ਛੰਦ ਵਿੱਚ ਜਿਹੜੇ ਕਹਿੰਦੇ ਸੀਗੇ, ਹਾਂਜੀ, ਸਰ ਪ੍ਰੀਤਮ ਸਿੰਘ ਕਾਸਦ, ਸਰ ਬਲਵੰਤ ਸਿੰਘ ਨਵੈਰ, ਸੰਤੋਖ ਸਿੰਘ ਸਫਰੀ ਤੇ ਚਰਨ ਸਿੰਘ ਸਫਰੀ, ਹੋਰ ਕਈ ਸ਼ਾਇਰ ਸਾਡੇ ਰਾਮ ਨਾਰਾਇਣ ਸਿੰਘ ਦਰਦੀ ਚੜ੍ਹਾਈ ਕਰ ਗਏ। ਅੱਜ ਬੜੇ ਗਿਣੇ ਵਿਰਲੇ ਜਿਹੜੇ ਉਂਗਲਾਂ ਤੇ ਗਿਣੇ ਜਾਣ ਵਾਲੇ ਸ਼ਾਇਰ ਰਹਿ ਗਏ ਨੇ। ਇਸ ਕਰਕੇ ਦਾਸ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਪਰਮਦੀਪ ਸਿੰਘ ਦੀਪ ਯਾਦਗਾਰੀ ਸੁਸਾਇਟੀ ਰਾਹੀਂ, ਦਾਸ ਦਾ ਬੇਟਾ ਸੀ ਉਹ ਚੜ੍ਹਾਈ ਕਰ ਗਿਆ ਸੀ 22 ਸਾਲ ਦੀ ਉਮਰ ਦੇ ਵਿੱਚ, ਉਹਦੀ ਯਾਦ 'ਚ ਸੁਸਾਇਟੀ ਬਣਾਈ ਸੀ। ਤੇ ਮੈਂ ਫਖਰ ਨਾਲ ਕਹਿ ਸਕਦਾ ਕਿ ਅੱਜ 300 ਦੇ ਕਰੀਬ ਸਾਡੇ ਜਿਹੜੇ ਨੌਜਵਾਨ ਉੱਭਰਦੇ ਕਵੀ ਤੇ ਕਵਿਤਰੀਆਂ ਨੇ ਉਹ ਮੈਦਾਨ ਦੇ ਵਿੱਚ ਨਿਤਰੇ ਨੇ। ਹਰ ਸਾਲ ਇੱਕ ਕਾਰਜਸ਼ਾਲਾ ਲਾਈ ਜਾਂਦੀ ਹੈ ਨੌਜਵਾਨ ਕਵੀਆਂ ਦੀ, ਤੇ ਉਹਦੇ ਵਿੱਚ ਉਹਨਾਂ ਨੂੰ ਕਵਿਤਾ ਕੀ ਲਿਖਣੀ ਹੈ, ਕਿਵੇਂ ਲਿਖਣੀ ਹੈ, ਕਿਵੇਂ ਬੋਲਣੀ ਹੈ, ਕੀ ਇਹਦਾ ਪਿੰਗਲ ਹੈ, ਕੀ ਅਰੂਜ਼ ਹੈ, ਇਹ ਸਾਰੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ। 3-4 ਦਿਨ ਦੀ ਕਾਰਜਸ਼ਾਲਾ ਲਾਈ ਜਾਂਦੀ ਹੈ। ਤੋ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਤੁਸੀਂ ਅੱਜ ਵਾਹ ਜੀ ਵਾਹ ਪ੍ਰੋਗਰਾਮ ਦੇ ਵਿੱਚ ਵਾਹ ਵਾਹ ਕਰਾ ਦਿੱਤੀ ਹੈ। ਇੰਗਲੈਂਡ ਦੇ ਕਵੀਆਂ ਦੇ ਵੀ ਦਰਸ਼ਨ ਕਰਾਏ ਨੇ। ਦਾਸ ਵੀ 2005 ਦੇ ਵਿੱਚ 4 ਮਹੀਨੇ ਇੰਗਲੈਂਡ ਰਿਹਾ ਔਰ ਸਾਰੇ ਗੁਰੂ ਘਰਾਂ ਦੇ ਵਿੱਚ ਹੀ ਤਕਰੀਬਨ ਇੱਕ ਹਫ਼ਤਾ ਲਾ ਕੇ ਸੰਡਰਲੈਂਡ ਤੱਕ ਅਸੀਂ ਗਏ। ਇਥੋਂ ਸਾਊਥ ਹਾਲ ਤੋਂ ਲੈ ਕੇ ਸਾਰੇ ਸ਼ਹਿਰ ਘੁੰਮੇ ਅਸੀਂ। ਤੇ ਜਾਚਕ ਜੀ, ਅਸੀਂ ਤੁਹਾਨੂੰ ਫਿਰ ਗੁਜ਼ਾਰਿਸ਼ ਕਰਾਂਗੇ ਜਦੋਂ ਤੁਸੀਂ ਆਏ ਸਾਡੇ ਕੋਲ, ਅਸੀਂ ਇੱਥੇ ਟੀਵੀ ਸਟੂਡੀਓ 'ਚ ਆਪਣਾ ਇੱਕ ਪ੍ਰੋਗਰਾਮ ਲਾਈਵ ਕਰਾਂਗੇ, ਰੂਬਰੂ ਕਰਾਂਗੇ। ਤੇ ਜਲਦੀ ਹੀ ਤੁਹਾਡੀ ਅਸੀਂ ਸਾਡੇ ਸਾਰੇ ਜਿੰਨੇ ਵੀ ਇੱਥੇ ਕਵੀ ਵੀਰ ਨੇ ਆ, ਜਿੰਨੇ ਵੀ ਸੰਗਤ ਸਾਡੇ ਇੱਥੇ ਦੀ ਆ, ਤੁਹਾਨੂੰ ਪਲਕਾਂ ਤੇ ਬਿਠਾਉਣ ਨੂੰ ਤਿਆਰ ਬੈਠੀ। ਤੁਸੀਂ ਆ ਜਾਓ ਬਸ ਇੱਕ ਵਾਰੀ। ਤੇ ਸਾਰੇ ਕਵੀ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ, ਖਾਸ ਤੌਰ ਤੇ ਭੋਗਲ ਸਾਹਿਬ ਦਾ ਤੇ ਹੋਰ ਕਿੰਨੇ ਕਵੀ ਸ਼ਾਮਲ ਹੋਏ ਨੇ। ਤੇ ਜਾਚਕ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਹ ਸੀ ਸਾਡੇ ਹਰੀ ਸਿੰਘ ਜਾਚਕ ਜੀ ਜਿਹੜੇ ਇੰਡੀਆ ਤੋਂ ਸਾਡੇ ਨਾਲ ਗੱਲ ਕਰ ਰਹੇ ਸੀ ਇਸ ਵੇਲੇ, ਕਿਉਂਕਿ ਉੱਥੇ ਰਾਤ ਦੇ 12 ਸਾਢੇ 12 ਹੋ ਚੁੱਕੇ ਨੇ
ਕਿਸੇ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਨਹੀਂ ਸ਼ੋ ਇਹਨਾਂ ਨੂੰ ਲਾਈਵ ਕਰ ਸਕੇ, ਲੇਕਿਨ ਉਹਨਾਂ ਦੀ ਜਿਹੜੀ ਗੱਲ ਸੀ ਉਹ ਸਾਡੇ ਨਾਲ ਲਾਈਵ ਹੋ ਰਹੀ ਸੀ, ਤੁਹਾਨੂੰ ਵੀ ਪਤਾ ਸਾਰਿਆਂ ਨੂੰ। ਔਰ ਇਸ ਵਾਅਦੇ ਨਾਲ ਜ਼ਰੂਰ ਕਿ ਇੱਕ ਵਾਰ ਫਿਰ ਇਹਨਾਂ ਨੂੰ ਤੁਹਾਨੂੰ ਲਾਈਵ ਰੂਬਰੂ ਵੀ ਕਰਾਂਗੇ। ਤੁਸੀਂ ਹੁਣ ਮੈਨੂੰ ਅਗਲੇ ਹਫਤੇ ਤੱਕ ਦਿਓ ਇਜਾਜ਼ਤ। ਆਪਣਾ ਬਹੁਤ ਸਾਰਾ ਖਿਆਲ ਰੱਖਣਾ ਔਰ ਆਪਣੀ ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਰੱਬ ਰਾਖਾ।